ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅੱਜ ਇਸ ਵਿਸ਼ੇ ਉੱਤੇ ਗੱਲਬਾਤ ਕਰਨੀ ਹੈ। ਉਹ ਵਿਸ਼ਾ ਬੇਰੁਜ਼ਗਾਰੀ ਦੇ ਨਾਲ ਜੁੜਿਆ। ਉਹ ਵਿਸ਼ਾ ਜੁੜਿਆ ਹੈ ਸਰਕਾਰੀ ਨੌਕਰੀਆਂ ਅਤੇ ਪ੍ਰਾਈਵੇਟ ਖੇਤਰ ਦੇ ਵਿੱਚ, ਪ੍ਰਾਈਵੇਟ ਅਦਾਰਿਆਂ ਦੇ ਵਿੱਚ ਨੌਕਰੀਆਂ, ਜਿੱਥੇ ਰਾਖਵਾਂਕਰਨ ਨੂੰ ਲੈ ਕੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਨੇ ਆਪੋ ਆਪਣੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਲੈ ਕੇ, ਬੱਚਿਆਂ ਨੂੰ ਲੈ ਕੇ ਫੈਸਲੇ ਲਏ ਨੇ ਕਿ ਕਿਸ ਢੰਗ ਦੇ ਨਾਲ ਉਹਨਾਂ ਨੂੰ ਬੇਰੁਜ਼ਗਾਰੀ ਤੋਂ ਦੂਰ ਕਰਕੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਸਰਕਾਰੀ ਖੇਤਰ 'ਚ ਹੋਵੇ ਭਾਵੇਂ ਪ੍ਰਾਈਵੇਟ ਖੇਤਰ ਦੇ ਵਿੱਚ ਹੋਵੇ। ਪਰ ਪੰਜਾਬ ਦੇ ਵਿੱਚ ਇਹ ਕੁਝ ਲਾਗੂ ਕਿਉਂ ਨਹੀਂ ਹੁੰਦਾ? ਪੰਜਾਬ ਦੇ ਵਿੱਚ ਬਾਹਰੀ ਸੂਬਿਆਂ ਤੋਂ ਆਏ ਵਿਦਿਆਰਥੀ, ਜਾਂ ਕਹਿ ਲਓ, ਜਾਂ ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਏ ਅਫਸਰਸ਼ਾਹੀ ਜਿਹੜੀ ਹੈ ਉਹ ਆਪਣੀ ਧੌਂਸ ਕਿਸ ਤਰ੍ਹਾਂ ਜਮਾਉਂਦੀ ਹੈ, ਜਾਂ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ, ਉਹ ਤਰੀਕਾ ਜਿਹੜਾ ਉਸ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਜਿਹੜੇ ਸਿਆਸਤਦਾਨ ਨੇ ਉਹ ਵੀ ਅਫਸਰਸ਼ਾਹੀ ਤੋਂ ਕਿਤੇ ਨਾ ਕਿਤੇ ਔਖੇ ਰਹਿੰਦੇ ਨੇ। ਇੱਕ ਵੀਡੀਓ ਤੁਸੀਂ ਆਡੀਓ ਜਿਹੜੀ ਆ ਉਹ ਕਾਫੀ ਵਾਇਰਲ ਹੋ ਰਹੀ ਹੈ, ਐਮਐਲਏ ਦਾ ਇੱਕ ਬਿਜਲੀ ਅਧਿਕਾਰੀ ਦੇ ਨਾਲ ਫੋਨ ਤੇ ਜਿਸ ਤਰੀਕੇ ਦੇ ਨਾਲ ਭੱਦੀ ਸ਼ਬਦਾਵਲੀ ਵਰਤਣਾ, ਗਾਲਮ ਗਾਲੀ ਹੋਣਾ, ਇਹ ਸਾਰਾ ਕੁਝ ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਪੰਜਾਬ ਦੇ ਵਿੱਚ, ਕਿਉਂਕਿ ਵਿਦੇਸ਼ਾਂ ਨੂੰ ਪਲਾਨ ਕਰਦੇ ਨੇ ਵਿਦਿਆਰਥੀ, ਮਾਪਿਓ ਨੂੰ ਕਹਿਣਾ ਪੈ ਜਾਂਦਾ। ਕੁਝ ਦਿਨ ਪਹਿਲਾਂ ਅਸੀਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਸੁਣੀਆਂ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਨੂੰ ਵੀ ਸਵਾਲ ਹੋਏ ਕਿ ਤੁਸੀਂ ਇੱਥੇ ਕਿਉਂ ਨਹੀਂ, ਜੇ ਕੋਈ ਕਿਸਾਨ ਦਾ ਪੁੱਤ ਕਿਸਾਨੀ ਕਿਉਂ ਨਹੀਂ ਕਰ ਸਕਦਾ? ਕਾਰਨ ਇਹ ਕਿ ਉਹਨੂੰ ਡਰ ਇਸ ਗੱਲ ਦਾ ਸਤਾਉਂਦਾ ਕਿ ਪੁੱਤਰਾ ਇੱਥੇ ਰਹਿ ਕੇ ਕੁਝ ਨਹੀਂ ਬਣਨਾ, ਤੂੰ ਬਾਹਰਲੇ ਮੁਲਕ ਜਾ, ਵਿਦੇਸ਼ ਜਾ, ਉੱਥੇ ਜਾ ਕੇ ਆਪਣੇ ਪੈਰ ਜਮਾ ਲੈ। ਪੰਜਾਬ ਦੇ ਵਿੱਚ ਜਾਂ ਆਪਣੇ ਮੁਲਕ ਦੇ ਵਿੱਚ ਤੇਰੀ ਰੋਟੀ ਰੋਜ਼ੀ ਦਾ ਕੋਈ ਹੀਲਾ ਨਹੀਂ ਦਿਸਦਾ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ। ਡਾਕਟਰ ਸਾਹਿਬ, ਅਖਬਾਰਾਂ ਦੇ ਵਿੱਚ ਪਿਛਲੇ ਦਿਨੀ ਜੋ ਖਬਰਾਂ ਚਰਚਿਤ ਰਹੀਆਂ ਕਿ ਹਰਿਆਣੇ ਨੇ ਵੀ ਆਪਣੇ ਜਿਹੜਾ ਸਰਕਾਰੀ ਨੌਕਰੀਆਂ ਤੇ ਪ੍ਰਾਈਵੇਟ ਖੇਤਰ ਦੇ ਵਿੱਚ ਰਾਖਵਾਂਕਰਨ ਕਰ ਦਿੱਤਾ, ਬਾਕੀ ਸੂਬਿਆਂ ਨੇ, ਹਿਮਾਚਲ ਨੇ ਵੀ ਕਰ ਦਿੱਤਾ, ਤੇ ਸਾਡੇ ਇੱਧਰ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਕੋਈ ਵੀ ਸਿਆਸੀ ਨੁਮਾਇੰਦਾ ਇਹਨੂੰ ਲੈ ਕੇ ਆਵਾਜ਼ ਨਹੀਂ ਚੁੱਕਦਾ ਕਿ ਵਿਦੇਸ਼ੀ ਪਲਾਨ ਨੂੰ ਰੋਕਿਆ ਜਾਵੇ, ਵਿਦਿਆਰਥੀਆਂ ਨੂੰ, ਪੰਜਾਬ ਦੇ ਲੋਕਾਂ ਨੂੰ ਇੱਥੇ ਹੀ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ। ਦੇਖੋ, ਸਾਡੇ ਨਾ ਸੁਖਵਿੰਦਰ ਜੀ, ਕੋਈ ਵੀ ਸਮੱਸਿਆ ਹੋਵੇ, ਅਸੀਂ ਗੁਆਂਢੀਆਂ ਤੋਂ ਪਿਛਲੇ 30 ਸਾਲਾਂ ਤੋਂ ਹੀ ਚੱਲ ਰਿਹਾ ਹੈ, ਗੁਆਂਢੀਆਂ ਤੋਂ ਬਹੁਤ ਬਾਅਦ 'ਚ ਸੋਚਣਾ ਸ਼ੁਰੂ ਕਰਦੇ ਹਾਂ। ਉਹ ਕੁਝ ਪੇਸ਼ਬੰਦੀਆਂ ਕਰ ਲੈਂਦੇ ਨੇ, ਕੁਝ ਕਾਨੂੰਨ ਦੇ ਜ਼ਾਬਤੇ ਬਣਾ ਲੈਂਦੇ ਨੇ। ਅਸੀਂ ਉਦੋਂ ਬਾਅਦ, ਉਹ ਵੀ ਜੇ ਕੋਈ ਅਧਿਕਾਰੀ ਕੋਈ ਐਸਾ ਬੈਠਾ ਹੋਵੇ ਜਿਹੜਾ ਇਸ ਨੂੰ, ਹੁਣ ਤਾਂ ਸੋਸ਼ਲ ਮੀਡੀਆ ਹੋ ਗਿਆ, ਮੈਂ ਤੁਹਾਨੂੰ ਪਹਿਲਾਂ 1998-99 ਦੀ ਗੱਲ ਦੱਸਦਾ ਕਿ ਕੁਝ ਐਸੇ ਫੈਸਲੇ ਹੋਏ 94-95 'ਚ ਭਾਰਤ ਸਰਕਾਰ ਦੇ ਸੁਪਰੀਮ ਕੋਰਟ ਦੇ, ਜਿਹੜੇ ਮੈਡੀਕਲ ਦੇ ਦਾਖਲੇ ਨੇ ਉਹਦੇ ਵਾਸਤੇ, ਉਹਦੇ ਵਿੱਚ ਹਾਲਤ ਇਹ ਬਣ ਗਈ 99 'ਚ ਆ ਕੇ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਮੈਡੀਕਲ ਕਾਲਜ 'ਚ ਵੀ ਦਾਖਲਾ ਨਹੀਂ ਮਿਲਦਾ ਸੀ, ਹਰਿਆਣੇ 'ਚ ਨਹੀਂ ਮਿਲਦਾ ਸੀ, ਹਿਮਾਚਲ 'ਚ ਨਹੀਂ ਮਿਲਦਾ ਸੀ, ਰਾਜਸਥਾਨ 'ਚ ਨਹੀਂ ਮਿਲਦਾ ਸੀ, ਹੋਰ ਕਿਤੇ ਤਾਂ ਮਿਲਣੇ ਕੀ ਹੈ, ਦਿੱਲੀ 'ਚ ਨਹੀਂ ਮਿਲਦਾ ਸੀ। ਕਿ ਪਰ ਬਾਕੀ ਬਾਹਰਲੀਆਂ 17 ਸਟੇਟਾਂ ਦੇ ਬੱਚੇ ਸਾਡੇ ਕੋਲ ਆ ਕੇ ਦਾਖਲਾ ਲੈ ਜਾਂਦੇ ਸੀ। ਹਾਲਾਂਕਿ ਇਮਤਿਹਾਨ ਵੀ ਸਟੇਟ ਆਪ ਕਰਦੀ ਸੀ, ਹੁਣ ਤੱਕ ਸਾਰਾ ਇਮਤਿਹਾਨ ਕੇਂਦਰ ਕਰਨ ਲੱਗ ਗਿਆ ਨਾ, ਉਦੋਂ ਅਸੀਂ ਆਪ ਕਰਦੇ ਸੀ। ਤੇ ਮੈਂ ਉਹਨੂੰ ਜਦ ਦੇਖਿਆ, ਮੈਂ ਕਿਹਾ ਵੀ ਇਹ ਤਾਂ ਬਹੁਤ ਜ਼ਿਆਦਤੀ ਹੋ ਰਹੀ ਹੈ ਪੰਜਾਬ ਨਾਲ। ਮੈਂ ਸਰਕਾਰ 'ਚ ਸੀਗਾ, ਅਸੀਂ ਤਜਵੀਜ਼ ਬਣਾਈ ਕਿ ਜਿਹੜਾ ਬੱਚਾ, ਕਿਉਂਕਿ ਮੈਂ ਦੇਖਿਆ ਵੀ ਸਾਡੇ ਰੂਲਾਂ 'ਚ ਇੱਕ ਨੁਕਸ ਸੀ, ਜਿਹੜਾ ਸਾਡੇ ਕੋਲ ਅਧਿਕਾਰ ਸੁਪਰੀਮ ਕੋਰਟ ਨੇ ਦਿੱਤਾ ਸੀ, ਅਸੀਂ ਉਹ ਵਰਤੇ ਹੀ ਨਹੀਂ ਸੀ। ਉਹ ਅਧਿਕਾਰ ਦੇ ਤਹਿਤ ਮੈਂ ਇਹ ਬਣਾਤਾ ਕਿ ਜਿਸ ਬੱਚੇ ਨੇ 11ਵੀਂ ਤੇ 12ਵੀਂ ਦੋਨੋਂ ਕਲਾਸਾਂ ਬਤੌਰ ਰੈਗੂਲਰ ਵਿਦਿਆਰਥੀ ਪੰਜਾਬ ਦੇ ਕਿਸੇ ਮਾਨਤਾ ਪ੍ਰਾਪਤ ਸਕੂਲ 'ਚੋਂ ਕੀਤੀਆਂ ਹੋਣਗੀਆਂ, ਸੰਸਥਾ 'ਚੋਂ, ਉਹੀ ਬੱਚਾ ਦਾਖਲ ਹੋ ਸਕੇਗਾ, ਤੇ ਨਾਲ ਉਹ ਪੰਜਾਬ ਦਾ ਵਸਿੰਦਾ ਵੀ ਹੋਵੇ। ਦੋ ਗੱਲਾਂ ਹੋ ਗਈਆਂ ਨਾ, ਵੀ ਪੰਜਾਬ ਦਾ ਰੈਜ਼ੀਡੈਂਟ ਵੀ ਹੋਵੇ। ਪਹਿਲਾਂ ਇਕੱਲੀ ਰੈਜ਼ੀਡੈਂਟ ਕਲੌਜ਼ ਸੀ, ਔਰ ਰੈਜ਼ੀਡੈਂਟ ਕਲੌਜ਼ ਦਾ ਇੰਨਾ ਡਿਫੈਕਟਿਵ ਸੀ ਕਿ ਉਹ ਅਸਾਮ ਦਾ ਬੱਚਾ ਵੀ ਇੱਥੇ ਰੈਜ਼ੀਡੈਂਟ ਬਣ ਸਕਦਾ ਸੀ, ਤਾਮਿਲਨਾਡੂ ਦਾ ਵੀ ਬਣ ਸਕਦਾ ਸੀ। ਸੋ ਅਸੀਂ ਉਹਨੂੰ ਤਾਂ ਕੁਛ ਨਹੀਂ ਕਿਹਾ, ਵੀ ਉਹ ਤਾਂ ਵੱਡੀ ਕਲੌਜ਼ ਨੂੰ ਬਦਲਣਾ ਤਾਂ ਬਹੁਤ ਔਖਾ ਕੰਮ ਸੀ। ਅਸੀਂ ਕਿਹਾ ਵੀ ਜਿਹਨੇ ਉਰੋਂ ਵੀ ਜੇ ਬਾਹਰੋਂ ਆ ਕੇ ਚੱਲ ਕਰ ਜਾਂਦਾ, ਕੋਈ ਨਹੀਂ, ਕੁਛ ਤਾਂ ਫਰਕ ਪਊਗਾ। ਹੁਣ ਅਸਾਮ ਦਾ ਬੱਚਾ ਤਾਂ ਉਰੇ ਆ ਕੇ ਨਹੀਂ ਨਾ ਕਰੇਗਾ ਛੇਤੀ ਛੇਤੀ। ਦੂਜੀ ਅਸੀਂ ਸ਼ਰਤ ਉਹਦੇ 'ਚ ਇਹ ਪਾਤੀ ਵੀ ਜਿਹਨੇ ਇੱਕ ਜਗ੍ਹਾ ਤੇ ਆਪਣਾ ਰੈਜ਼ੀਡੈਂਸ ਦਾ ਬੈਨੀਫਿਟ ਲੈ ਲਿਆ ਇੱਕ ਸਟੇਟ 'ਚ, ਉਹ ਦੂਜੀ 'ਚ ਨਹੀਂ ਲਏਗਾ। ਬਿਲਕੁਲ। ਜੇ ਬਾਹਰਲਾ ਬੱਚਾ ਉਰੇ ਆ ਕੇ ਕਰੂ, ਫਿਰ ਆਪਦੀ ਸਟੇਟ 'ਚੋਂ ਨਹੀਂ ਲੈ ਸਕਦਾ। ਉਹ ਪਾਉਣ ਨਾਲ ਕੀ ਹੋਇਆ ਕਿ ਉਹ ਸਾਰਾ, ਹਾਲਾਂਕਿ ਇੱਥੇ ਹਾਈ ਕੋਰਟ 'ਚ ਉਹਨੂੰ ਚੁਣੌਤੀ ਦਿੱਤੀ ਗਈ, ਅਸੀਂ ਉੱਥੇ ਵੀ ਜਿੱਤੇ, ਫਿਰ ਡਬਲ ਬੈਂਚ ਦੇ ਲੱਗਿਆ, ਉੱਥੇ ਵੀ ਜਿੱਤੇ, ਫਿਰ ਸੁਪਰੀਮ ਕੋਰਟ 'ਚ ਉਦੋਂ ਪਹਿਲਾਂ ਵਿੱਚ ਵਿਚਾਲੇ ਡਬਲ ਬੈਂਚ ਸਾਡੇ ਉਲਟ ਕਈ, ਜਿਹਨੂੰ ਅਸੀਂ ਕਹਿੰਦੇ ਹਾਂ ਅੰਤਰਮ ਹੁਕਮ ਕਰਦਾ ਰਿਹਾ, ਉਹ ਅਸੀਂ ਜਾ ਕੇ ਸੁਪਰੀਮ ਕੋਰਟ 'ਚੋਂ ਸਟੇ ਲੈਂਦੇ ਰਹੇ। ਆਖਿਰਕਾਰ ਅਸੀਂ ਉਹ ਕੇਸ ਜਿੱਤ ਗਏ ਤੇ ਸਾਡੇ ਦਾਖਲੇ ਕਾਇਮ ਹੋ ਗਏ।
ਹੁਣ ਉਹਦੇ ਵਿੱਚ ਜਿੰਨੀ ਮਿਹਨਤ ਕਰਨੀ ਪੈਂਦੀ ਆ ਉਹਨਾਂ ਸਾਡਾ ਅੱਜ ਦਾ ਅਧਿਕਾਰੀ ਮੈਨੂੰ ਲੱਗਦਾ ਨਹੀਂ ਕਰਦਾ। ਇੱਕ ਤਾਂ ਹਾਲਾਂਕਿ ਅਸੀਂ ਤਾਂ 3-4 ਸਾਲਾਂ ਬਾਅਦ ਹੀ ਭਾਂਪ ਰਹੇ ਵੀ ਤਾਂ ਗੜਬੜ ਹੈ। ਸਾਡੇ ਬੱਚਿਆਂ ਨੂੰ ਇੱਥੇ ਜਿਹੜਾ MBBS ਸਕੂਲ ਖਰਚਾ ਸਾਡਾ ਉਹ ਕਰਕੇ ਬਾਹਰ ਜਾਏਗਾ, ਅਸੀਂ ਰੋਕ ਵੀ ਸਾਡਿਆਂ ਨੂੰ ਮਿਲਦਾ ਨਹੀਂ। ਇੱਥੇ ਤੱਕ ਗੱਲ ਹੋਈ। ਮੈਂ ਤਾਂ ਸੁਣਾਉਣਾ ਚਾਹੁੰਦਾ ਵੀ ਇਹਨੂੰ ਜੇ ਹੱਲ ਕਰਨ ਵਾਸਤੇ ਕੀ ਕਰਨਾ ਪੈਂਦਾ। ਜਿਹੜਾ ਹਾਈ ਕੋਰਟ 'ਚ ਕੇਸ ਪਾਇਆ ਜਾਂ ਡਿਵੀਜ਼ਨ ਬੈਂਚ ਦੇ ਉਹਨਾਂ ਨੇ ਗੱਲ ਕਰਨੀ ਸ਼ੁਰੂ ਕਰੀ, ਉੱਥੇ ਮੈਨੂੰ ਸਰਕਾਰ ਨੇ ਕੋਰਟ ਨੇ ਕਿਹਾ ਵੀ ਕੋਈ ਸੀਨੀਅਰ ਅਫਸਰ ਜਾ ਕੇ ਬੈਠੇ ਇੱਥੇ ਰੋਜ਼, ਤੇ ਸਰਕਾਰ ਨੇ ਮੇਰੀ ਡਿਊਟੀ ਲਾਤੀ। ਮੈਂ ਰੋਜ਼ ਜਾ ਕੇ ਬਹਿੰਦਾ ਸੀ ਉੱਥੇ। ਉਹ ਕਹਿਣ ਦੇਖੋ ਜੀ, ਜੇ ਸੂਬੇ ਦੀ ਰਾਜਧਾਨੀ ਦੇ ਬੱਚੇ ਨੂੰ ਆਪਦੇ ਸੂਬੇ 'ਚ ਦਾਖਲਾ ਨਹੀਂ ਮਿਲ ਰਿਹਾ, ਯਾਨੀ ਕਿ ਚੰਡੀਗੜ੍ਹ ਦੇ ਬੱਚੇ ਨੂੰ ਪੰਜਾਬ 'ਚ ਦਾਖਲਾ ਨਹੀਂ ਮਿਲ ਰਿਹਾ, ਕਿੱਡਾ ਧੱਕਾ ਹੈ। ਐਂ ਪੂਰਾ ਜਿਵੇਂ ਦੇਖਣ ਨੂੰ, ਜਿਵੇਂ ਆਹ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਜਿਹੋ ਜਿਹੀਆਂ ਗੱਲਾਂ ਜੋ ਮਰਜ਼ੀ ਕਹਿ ਦੋ। ਮੈਨੂੰ ਪੁੱਛਿਆ, ਉਹ ਮੈਂ ਕਿਹਾ ਜੀ ਇਦੋਂ ਵੀ ਵੱਡਾ ਦੁਖਾਂਤ ਹੈ ਕਿ ਪੰਜਾਬ ਦੇ ਬੱਚੇ ਨੂੰ ਆਪਦੀ ਰਾਜਧਾਨੀ 'ਚ ਦਾਖਲਾ ਨਹੀਂ ਮਿਲਦਾ। ਸਾਨੂੰ ਵੀ ਤਾਂ ਚੰਡੀਗੜ੍ਹ 'ਚ ਮਿਲ ਨਹੀਂ ਰਿਹਾ। ਪੰਜਾਬ ਦਾ ਬੱਚਾ ਆਪਦੀ ਰਾਜਧਾਨੀ 'ਚ MBBS ਨਹੀਂ ਕਰ ਸਕਦਾ। ਇਹ ਉਦੋਂ ਵੀ ਵੱਡਾ ਦੁਖਾਂਤ ਹੈ। ਅਸੀਂ ਉਹ ਕੇਸ ਜਿੱਤੇ ਬੜਾ ਜ਼ੋਰ ਲਾਉਣ ਦੇ ਬਾਅਦ। ਇੱਕ ਲੈਵਲ ਤੇ ਮੈਂ ਤਾਂ ਕਹਿਣਾ ਵੀ ਤੁਹਾਨੂੰ ਕਿੱਥੇ ਤੁਹਾਨੂੰ ਰਿਸਕ ਲੈਣੇ ਪੈਂਦੇ ਨੇ। ਛੋਟੀ ਜਿਹੀ ਲਾਈਨ ਸੁਣਾਉਂਗਾ ਕਿਉਂ ਮੈਂ ਕਹਿਣਾ, ਕਿਉਂਕਿ ਉਹਦੇ ਨਾਲ ਜੁੜੀ ਹੋਈ ਗੱਲ ਹੈ, ਸਿੱਧੀ ਹੋਈ। ਉਹਦੇ ਵਿੱਚ ਜੱਜ ਸਾਹਿਬ ਨੇ ਕਹਿਤਾ ਵੀ ਸਹਿਮਤੀ ਹੈ ਤੇ ਸਾਰੇ ਜਿਹੜੇ ਬਾਹਰਲੇ ਬੱਚੇ ਨੇ ਉਹਨਾਂ ਨੂੰ ਇੰਟਰਵਿਊ ਲਈ ਜਾਏਗੀ, ਕਾਉਂਸਲਿੰਗ ਕਰਾਈ ਜਾਏਗੀ, ਤੇ ਨਾਲ ਹੀ ਕਹਿਤਾ ਵੀ ਇਹ ਸਾਰੇ ਸਹਿਮਤ ਨੇ, ਸਾਰੀਆਂ ਪਾਰਟੀਆਂ। ਮੈਂ ਸੋਚਿਆ ਤਾਂ ਸਾਡਾ ਰਸਤਾ ਸੁਪਰੀਮ ਕੋਰਟ ਜਾਣ ਦਾ ਵੀ ਬੰਦ ਕਰ ਗਏ ਇਹਨਾਂ ਨੇ। ਐਂ ਦਾਖਲਾ ਕਰ ਦੇਣਾ, ਮੁੜ ਕੇ ਕੇਸ ਨੂੰ ਦਾਖਲ ਕਰਕੇ ਉਹ ਜਿਹਨੂੰ ਆਪਾਂ ਕਹਿੰਦੇ ਐਡਮਿਟ ਕਰਕੇ ਛੱਡ ਦੇਣਾ, ਇੰਨੇ MBBS ਕਰ ਜਾਣਗੇ। ਹਰ ਸਾਲ ਅਸੀਂ ਦਾਖਲਾ ਹੋਈ ਜਾਊਗਾ, ਫਿਰ ਸਾਡੇ ਤਾਂ ਰੂਟ ਬਦਲਣ ਦਾ ਕੋਈ ਫਾਇਦਾ ਹੀ ਨਾ ਹੋਇਆ। ਮੈਂ ਜਾ ਕੇ ਆਪਣੀ ਸਾਡੇ ਡਿਪਟੀ ਐਡਵੋਕੇਟ ਜਨਰਲ ਨੂੰ ਕਿਹਾ, ਮੈਂ ਕਿਹਾ ਮੈਡਮ ਇਹ ਸਾਨੂੰ ਤਾਂ ਮਨਜ਼ੂਰ ਨਹੀਂ। ਉਹ ਖੜੇ ਹੋ ਕੇ ਕਹਿੰਦੇ ਮਾਈ ਲਾਰਡ ਆਈ ਕੈਨ ਨਾਟ ਐਗਰੀ ਔਨ ਦਿਸ ਔਨ ਬਿਹਾਫ ਆਫ ਦੀ ਗਵਰਨਮੈਂਟ। ਜੱਜ ਸਾਹਿਬ ਕਹਿੰਦੇ ਹਾਂ, ਵਾਈ ਕਾਂਟ ਯੂ ਐਗਰੀ? ਕਹਿੰਦੇ ਜੀ ਮੈਂ ਇੰਸਟਰਕਸ਼ਨਾਂ ਲੈਣੀਆਂ ਨੇ। ਜੱਜ ਸਾਹਿਬ ਨੇ ਤਾਂ ਹੁਣ ਆਰਡਰ ਕਰਿਆ ਸੀ ਵੀ ਸੀਨੀਅਰ ਇਫ ਦੀ ਆਫਿਸਰ ਹੀਅਰ ਇਜ਼ ਨਾਟ ਕੰਪੀਟੈਂਟ, ਇਫ ਹੀ ਇਜ਼ ਨਾਟ ਆਥੋਰਾਈਜ਼ਡ, ਆਈ ਐਮ ਨਾਟ ਗੋਇੰਗ ਟੂ ਗਿਵ ਐਨੀ ਟਾਈਮ। I see government through you, I see government through your body। ਇੱਥੇ ਤੱਕ ਦੀਆਂ ਗੱਲਾਂ ਉਹ ਰੋਣ ਲੱਗ ਗਈ। ਸਾਡੀ ਡਿਪਟੀ ਐਡਵੋਕੇਟ ਜਨਰਲ ਇਹ ਫੈਕਚੁਅਲ ਪੋਜੀਸ਼ਨ ਦੱਸ ਰਿਹਾ। ਮੈਂ ਸੋਚਿਆ ਵੀ ਤਾਂ ਸਾਡੇ ਖਾਤੇ ਫਿਰ ਪੈਗੀ ਗੱਲ। ਮੈਂ ਖੜਾ ਹੋਇਆ, ਮੈਂ ਜਾ ਕੇ ਕਿਹਾ ਮੈਡਮ ਮੈਂ ਐਫੀਡੈਵਿਟ ਦੇਣ ਨੂੰ ਵੀ ਤਿਆਰ ਹਾਂ, ਮੈਂ ਆਉਣ ਉੱਥੇ ਸਟੇਟ ਕਰਨ ਨੂੰ ਤਿਆਰ ਹਾਂ, ਮੈਂ ਆਥੋਰਾਈਜ਼ਡ ਵੀ ਹਾਂ, ਮੈਂ ਕੰਪੀਟੈਂਟ ਵੀ ਹਾਂ। ਸਰਕਾਰ ਨੂੰ ਇਹ ਫੈਸਲਾ ਨਾਲ ਕੋਈ ਸਹਿਮਤੀ ਨਹੀਂ ਹੈ। ਹਾਂ, ਕੋਰਟ ਕੋਲ ਅਧਿਕਾਰ ਹੈ ਫੈਸਲਾ ਕਰਨ ਦਾ, ਉਹ ਫੈਸਲਾ ਕਰਦੇ। ਜੋ ਕਾਨੂੰਨੀ ਕਾਰਵਾਈ ਉਹ ਤੇ ਬਣਦੀ ਹੋ ਅਸੀਂ ਕਰਾਂਗੇ। ਉਹਦਾ ਮਤਲਬ ਹੈ ਵੀ ਅਸੀਂ ਸੁਪਰੀਮ ਕੋਰਟ ਜਾਵਾਂਗੇ। ਜੇ ਸਹਿਮਤੀ ਦਿੱਤੀ ਫਿਰ ਅਸੀਂ ਜਾ ਨਹੀਂ ਸਕਦੇ। ਉਹ ਫਿਰ ਖੜੀ ਹੋ ਗਈ। ਫਿਰ ਇਹ ਭਾਸ਼ਾ ਬਦਲ ਲੈਂਦੇ ਨੇ ਵਕੀਲ, ਇਹਨਾਂ ਨੂੰ ਤਾਂ ਪਤਾ ਹੁੰਦਾ। ਪਹਿਲੀ ਭਾਸ਼ਾ ਉਹਨੇ ਇਸ ਤਰ੍ਹਾਂ ਕਹੀ, ਦੂਜੀ ਭਾਸ਼ਾ ਮਾਈ ਲਾਰਡ ਆਈ ਹੈਵ ਬੀਨ ਇੰਸਟਰਕਟਡ ਔਨ ਬਿਹਾਫ ਆਫ ਦੀ ਗਵਰਨਮੈਂਟ ਬਾਈ ਦੀ ਆਫਿਸਰ ਪ੍ਰੈਜ਼ੈਂਟ ਹੀਅਰ, he is competent and enough, he is authorized, he is ready to make a statement on oath or file an affidavit. Government cannot agree to this decision, however my lords are free to take a decision। ਸਮਝ ਗਏ ਨਾ ਗੱਲ ਕਿੱਥੇ ਤੱਕ? ਹੁਣ ਮੈਨੂੰ ਇਹ ਵੀ ਡਰ ਹੋ ਸਕਦਾ ਸੀ ਵੀ ਯਾਰ ਕੱਲ ਨੂੰ ਕਿਤੇ ਜੱਜ ਸਾਹਿਬ ਜੇਲ੍ਹ ਹੀ ਨਾ ਕਰ ਦੇਣ। ਤੁਸੀਂ ਆਪਦੇ ਸਟੇਟ ਦੇ ਹਿੱਤ ਬਚਾਉਣ ਵਾਸਤੇ ਤੁਹਾਨੂੰ ਡਟ ਕੇ ਸਟੈਂਡ ਲੈਣਾ ਪਏਗਾ। ਦੇਖੀ ਜੋ ਹੁੰਦਾ। ਮੈਂ ਉੱਥੇ ਮੈਨੂੰ ਉਹਨੇ ਪੁੱਛਿਆ ਵੀ ਮੈਡਮ ਨੇ ਮੈਨੂੰ ਕਹਿੰਦੇ ਵੀ ਸਰਕਾਰ, ਮੈਂ ਕਿਹਾ ਸਰਕਾਰ ਨੇ ਮੈਨੂੰ ਕੇਸ ਹਰਾਉਣ ਥੋੜ੍ਹਾ ਭੇਜਿਆ, ਮੈਨੂੰ ਜਿਤਾਉਣ ਵਾਸਤੇ ਭੇਜਿਆ ਉਰੇ। ਇਹ ਤਾਂ ਹਾਰ ਗਏ ਸੀਗੇ ਜਿਵੇਂ ਜਿੱਦਾਂ ਦਾ ਫੈਸਲਾ ਕਰ ਰਹੇ ਨੇ। ਤੁਸੀਂ ਮੰਨੋਗੇ ਅਸੀਂ ਇਹ ਜਚਾਤਾ। ਫਿਰ ਉਹਨੇ ਕਿਹਾ ਵੀ ਚਲੋ ਕੋਈ ਨਹੀਂ, ਮੈਂ ਤਾਂ ਇਹ ਕਹਿੰਦਾ ਸੀ ਮੈਨੂੰ ਅਪੀਲ ਹੁੰਦੇ ਨੇ। ਮੈਂ ਫਿਰ ਜਾ ਕੇ ਕਿਹਾ ਮੈਂ ਕਿਹਾ ਜੀ ਅਪੀਲ ਤਾਂ ਹੋਵੇ ਜੇ ਅਸੀਂ ਨਾ ਬੋਲਦੇ ਹੋਈਏ। ਕਹਿੰਦੇ ਡਾਕਟਰ ਸਾਹਿਬ ਹੁਣ ਤੁਸੀਂ ਚੁੱਪ ਕਰੋ, ਹੁਣ ਇਹਨਾਂ ਨੇ ਕੋਈ ਫੈਸਲਾ ਆਪਣੇ ਉਲਟ ਨਹੀਂ ਦੇਣਾ। ਕਿਉਂਕਿ ਜੇ ਤੁਸੀਂ ਡਟ ਕੇ ਕਹਿੰਦੇ ਵੀ ਨਾ ਜੀ ਇਹ ਗੱਲ ਗਲਤ ਹੈ, ਅਸੀਂ ਨਹੀਂ ਮੰਨਦੇ। ਹਾਂ, ਤੁਸੀਂ ਫੈਸਲਾ ਕਰਨ ਦਾ ਹੱਕ ਹੈ ਤੁਹਾਨੂੰ, ਉਹ ਕਰ ਦਿਓ। ਤੁਹਾਨੂੰ ਧੱਕੇ ਨਾਲ ਸਾਨੂੰ ਇਹ ਕਹਿਣ ਦਾ ਵੀ ਅਸੀਂ ਸਹਿਮਤ ਹਾਂ ਫੈਸਲੇ ਨਾਲ, ਇਹ ਨਹੀਂ ਤੁਹਾਨੂੰ ਹੱਕ। ਇਹ ਸਰਕਾਰ ਜਿਵੇਂ ਹਫ਼ਤੇ ਕਿਉਂ ਕਰੂ? ਕੋਈ ਅਫਸਰ ਨੂੰ ਜੇ ਕਾਣਾ ਹੋਊ ਜਾਂ ਕੁਝ ਹੋਰ ਹੋਊ ਜਾਂ ਨਹੀਂ ਪਤਾ ਜਾਂ ਹਿੰਮਤ ਨਹੀਂ ਜਾਂ ਡਰਦਾ, ਬਹੁਤ ਕੁਝ ਕਰਨਾ ਪੈਂਦਾ। ਹੋ ਸਕਦਾ ਕੱਲ੍ਹ ਨੂੰ ਸਰਕਾਰ ਤੁਹਾਨੂੰ ਚਾਰਜਸ਼ੀਟ ਕਰਨਾ ਸ਼ੁਰੂ ਕਰ ਦੇ। ਪਰ ਮੇਰੇ ਨਾਲ ਇਹ ਹੋਈਆਂ ਨੇ ਗੱਲਾਂ। ਜਦ ਕੋਈ ਵਿਰੋਧੀ ਆਉਂਦਾ ਸੀ, ਕਈ ਵਿਸ਼ੇਸ਼ ਪਾਰਟੀ ਜਿਹਦਾ ਮੈਂ ਰੋਜ਼ ਹੀ ਚਰਚਾ ਕਰਦਾ, ਉਹਨਾਂ ਦੇ ਜਿੰਨੇ ਮਿਨਿਸਟਰ ਆਏ ਸਾਰੇ ਮੈਨੂੰ ਸ਼ੋਕਾਜ਼ ਨੋਟਿਸ ਦਿੰਦੇ ਰਹੇ ਨੇ ਬਾਰ-ਬਾਰ, ਮੇਰੇ ਖੁੰਦ ਖਾਂਦੇ ਰਹੇ ਨੇ, ਪਰ ਫਿਰ ਕੀ ਮੇਰੀ ਟੰਗ ਤੋੜਦੀ। ਸੋ ਮੈਂ ਇਹ ਕਹਿਣਾ ਵੀ ਤੁਹਾਨੂੰ ਫਾਈਟ ਆਊਟ ਕਰਨਾ ਪੈਂਦਾ ਆਪਦੇ ਸਟੇਟ ਦੇ ਹਿੱਤਾਂ ਵਾਸਤੇ, ਆਪਦੇ ਸੂਬੇ ਦੇ ਹਿੱਤਾਂ ਵਾਸਤੇ। ਹੁਣ ਨੌਕਰੀ 'ਚ ਵੀ ਇਹੀ ਹੈ। ਨੌਕਰੀ 'ਚ ਉਹਨਾਂ ਨੇ 2-3 ਗੱਲਾਂ ਪਾਈਆਂ ਨੇ। ਹਿਮਾਚਲ ਨੇ ਪਾਤਾ, ਹਰਿਆਣੇ ਨੇ ਪਾਤਾ ਵੀ ਉਸ ਨੂੰ ਇੱਕ ਤਾਂ ਸਾਡੇ ਸੂਬੇ ਦਾ ਭਾਸ਼ਾ ਤੇ ਸੱਭਿਆਚਾਰ ਆਉਣਾ ਚਾਹੀਦਾ ਜੀ।
ਦੂਜਾ ਉਹਨੇ ਪਾਤਾ ਵੀ ਉਹਦੀ 10ਵੀਂ ਤੱਕ ਭਾਸ਼ਾ ਪੜ੍ਹੀ ਹੋਣੀ ਚਾਹੀਦੀ ਹੈ, ਇਮਤਿਹਾਨ ਪਾਸ ਹੋਇਆ ਕਰਨਾ ਚਾਹੀਦਾ। ਸਾਡੇ ਵਾਲਿਆਂ ਨੇ ਇਹ ਪਾਤਾ ਵੀ 10ਵੀਂ ਤੱਕ ਪੰਜਾਬੀ ਚਾਹੀਦੀ ਤਾਂ ਹੈਗੀ ਹੈ, ਪਰ ਉਹ ਚੋਣ ਤੋਂ ਅਪਾਇੰਟਮੈਂਟ ਤੋਂ ਬਾਅਦ 6 ਮਹੀਨੇ 'ਚ ਵੀ ਕਰ ਸਕਦਾ। ਔਰ 6 ਮਹੀਨੇ 'ਚ ਇੱਕ ਲੈਂਗੁਏਜ ਡਿਪਾਰਟਮੈਂਟ ਟੈਸਟ ਲੈਂਦਾ ਜਿਹੜਾ ਕਿ ਐਵੇਂ ਚੌਥੀ ਪੰਜਵੀਂ ਦੇ ਬਰਾਬਰ ਹੀ ਹੈ। ਕੋਈ 10ਵੀਂ ਤੁਸੀਂ ਦਾ ਟੈਸਟ ਨਹੀਂ, ਉਹ ਤਾਂ ਐਵੇਂ ਅਗਲਾ ਦਸਤਖਤ ਕਰ ਨਹੀਂ ਸਕਦਾ। ਹੁਣ ਤੁਸੀਂ ਇਹ ਗੱਲ ਜਿਹੜੀ ਪਾਈ ਸੀ ਉਹ ਤਾਂ ਪਾਈ ਸੀ ਕੋਈ ਤਾਮਿਲਨਾਡੂ ਦਾ ਇੱਥੇ IAS ਆ ਗਿਆ, IPS ਆ ਗਿਆ, ਜਿਹੜੇ ਉਹਨਾਂ ਦੇ ਅਧਿਕਾਰੀ ਆਲ ਇੰਡੀਆ ਲੈਵਲ ਤੇ ਸਿਲੈਕਟ ਹੋ ਕੇ ਸਾਡੇ ਸੂਬੇ ਨੂੰ ਅਲਾਟ ਹੋਣੇ ਨੇ, ਉਹਨਾਂ ਵਾਸਤੇ ਟਾਈਮ ਦਿੱਤਾ ਜਾ ਸਕਦਾ। ਪਰ ਜਿਹੜਾ ਸਾਡੇ ਸੂਬੇ ਦੇ ਲੋਕ ਨੇ, ਜਦ ਪੜ੍ਹਨਾ ਹੀ, ਜਦ ਨੌਕਰੀਆਂ ਅਸੀਂ ਦੇਣੀਆਂ ਸਾਡੇ ਸੂਬੇ ਦੇ ਨੂੰ ਨੇ, ਤਾਂ ਉਹਦਾ ਤਰੀਕਾ ਇੱਕ ਰਹਿ ਸਕਦਾ ਕਿ ਜਿਹਨੇ 10ਵੀਂ ਤੱਕ ਪੰਜਾਬੀ ਭਾਸ਼ਾ, ਪੰਜਾਬ ਸਕੂਲ, ਪੰਜਾਬ ਵਿੱਚ ਸਿਚੁਏਟਡ ਸਕੂਲ ਤੋਂ, ਜੇ ਪੰਜਾਬ ਨੂੰ ਜ਼ਿਆਦਾ ਸਟ੍ਰਿਕਟ ਕਰਨਾ, ਪੰਜਾਬ ਵਿੱਚ ਸਥਾਪਿਤ ਸਕੂਲ ਦੇ ਵਿੱਚੋਂ 10ਵੀਂ ਨਹੀਂ ਕਰੀ ਜਾਂ 12ਵੀਂ ਤੱਕ ਨਹੀਂ ਪੰਜਾਬੀ ਪੜ੍ਹੀ, ਉਹਨੂੰ ਇੱਥੇ ਨਹੀਂ ਮਿਲੇਗੀ ਨੌਕਰੀ। ਉਹਦਾ ਜ਼ਰੂਰੀ ਆ ਉਰੋਂ ਹੋਣਾ। ਇਹ ਅਸੀਂ ਪਾ ਸਕਦੇ ਹਾਂ, ਉਹ ਅਸੀਂ ਪਾਉਂਦੇ ਨਹੀਂ। ਜਦ ਅਸੀਂ ਪਾਉਂਦੇ ਨਹੀਂ, ਅਸੀਂ ਤਾਂ ਵਰਕੇ ਕਹਿ ਦੇਣਾ ਵੀ ਕੋਈ ਨਹੀਂ, ਜਦੋਂ 10ਵੀਂ ਪੰਜਾਬੀ ਨਹੀਂ ਕਰੀ ਫਿਰ ਦਫ਼ਤਰੀ ਭਾਸ਼ਾ ਕਾਹਦੀ ਰਹੇਗੀ। ਸਾਡੀ ਪੰਜਾਬੀ ਭਾਸ਼ਾ 22 ਭਾਸ਼ਾਵਾਂ ਦੇ ਵਿੱਚ ਹੈ, 8ਵੇਂ ਸ਼ਡਿਊਲ 'ਚ ਉਹਦਾ ਦਰਜ ਹੈ। ਪਹਿਲਾਂ 14 ਸੀ, ਉਦੋਂ 14 'ਚ ਵੀ ਦਰਜ ਸੀ। ਲਛਮਣ ਸਿੰਘ ਵਿੱਚ ਮੁੱਖ ਮੰਤਰੀ ਹੁੰਦੇ ਸੀ, ਉਹ ਇਸ ਨੂੰ ਬਣਾ ਕੇ 1969 ਦੇ ਵਿੱਚ ਆਪਣੀ ਦਫ਼ਤਰੀ ਭਾਸ਼ਾ, ਜਦ 68-69 'ਚ 10ਵੀਂ ਦਫ਼ਤਰੀ ਭਾਸ਼ਾ ਬਣ ਗਈ, ਤੇ ਫਿਰ ਅਸੀਂ ਉਹਨੂੰ ਦਫ਼ਤਰੀ ਭਰਤੀ ਕਰਨੀ ਹੈ, ਚਾਹੇ ਉਹਨੂੰ ਕਿਸੇ ਕਾਲਜ ਚਲਾਉਣਾ ਹੈ, ਚਾਹੇ ਹਸਪਤਾਲ ਚਲਾਉਣਾ ਹੈ, ਚਾਹੇ ਸੈਕਟਰੀਏਟ ਚਲਾਉਣਾ ਹੈ, ਚਾਹੇ ਕਿਸੇ ਦਫ਼ਤਰ ਚਲਾਉਣਾ ਹੈ, ਚਾਹੇ ਉਹਨੂੰ ਜੱਜ ਲਾਉਣਾ ਹੈ, ਉਹਨੂੰ ਦਫ਼ਤਰੀ ਭਾਸ਼ਾ ਆਉਣੀ ਚਾਹੀਦੀ ਹੈ। ਦਫ਼ਤਰੀ ਭਾਸ਼ਾ ਆਉਣ ਦਾ ਮਤਲਬ ਇਹ ਤਾਂ ਨਹੀਂ ਹੈ ਵੀ ਉਹ ਫੈਸਲੇ ਅੰਗਰੇਜ਼ੀ 'ਚ ਕਰੀ ਜਾਵੇ ਜਾਂ ਲਿਖੀ ਜਾਵੇ, ਉਂਝ ਉਹਨੂੰ ਦਸਤਖਤ ਪੰਜਾਬੀ 'ਚ ਕਰਨੇ ਆਉਣ, ਇਹਦਾ ਤਾਂ ਕੋਈ ਮਤਲਬ ਹੀ ਨਹੀਂ ਰਿਹਾ। ਸੋ ਇਸ ਕਰਕੇ ਅਸੀਂ ਜਿਹੜੀ ਸਾਡੇ ਕੋਲ ਹੈਗੀ ਹੈ ਕਾਨੂੰਨੀ, ਉਹ ਚਾਰਾਜੋਈ ਨਹੀਂ ਕਰਦੇ, ਉਹ ਨਾ ਕਰਨ ਦਾ। ਹਾਂਜੀ ਜੀ, ਇਹਦੇ 'ਚ ਇਹ ਦੱਸਿਓ ਮਾੜਾ ਜਿਹਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਕਿਸ ਕਦਰ ਹੈ। ਜਦੋਂ ਸਰਕਾਰ ਕਹਿੰਦੀ ਹੈ ਕਿ ਅਸੀਂ 2500 ਰੁਪਏ ਬੇਰੁਜ਼ਗਾਰੀ ਭੱਤਾ ਦੇ ਦਾਂਗੇ, ਨਾ ਉਹ ਦਿੱਤਾ ਤੇ ਨਾ ਘਰ ਘਰ ਰੁਜ਼ਗਾਰ ਦਿੱਤਾ। ਬੇਰੁਜ਼ਗਾਰੀ ਦੀ ਸਰਕਾਰ, ਜਿਹੜੀ ਪੰਜਾਬ ਦੀ ਸਰਕਾਰ ਹੈ ਨਾ, ਇਹਦਾ ਹਾਲ ਜਿਹੜਾ ਹੈ, ਇਹ ਬਹੁਤ ਹੀ, ਇਹਦਾ ਬਾਬਾ ਆਦਮ ਨਰਾਲਾ ਹੀ ਹੈ। ਪਹਿਲੀ ਗੱਲ, ਮੈਂ ਬੜਾ ਸੋਚ ਸਮਝ ਕੇ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਵੀ ਪੰਜਾਬ ਸਰਕਾਰ ਦੇ ਅਧਿਕਾਰੀ ਤੇ ਪੰਜਾਬ ਦੀ ਜਿਹੜੀ ਸਿਆਸਤ ਹੈ, ਉਹ ਗੰਭੀਰਤਾ ਨਾਲ ਇਹਨਾਂ ਮਾਮਲਿਆਂ ਨੂੰ ਉਸ ਨਾਲ ਨਹੀਂ ਸੋਚੂ। ਆ ਕੇ ਕਹਾਣੀਆਂ ਜਿਹਾ ਪਾਉਂਦੇ, ਉਹ ਆਏ ਜੀ, ਉਹ ਆਏ ਜੀ, ਫਲਾਣਾ ਜੀ। ਅੱਜ ਮੈਂ ਇੱਕ ਸੈਮੀਨਾਰ ਸੀ ਪਟਿਆਲੇ, ਮੈਂ ਉੱਥੇ ਦੇਖਿਆ ਵੀ ਜਿਹੜੇ ਟ੍ਰੇਨਿੰਗ ਦੇਣ ਵਾਲੇ ਨੇ, ਤੁਸੀਂ ਉਹਨਾਂ ਨੂੰ ਕੋਈ ਪੁੱਛੇ ਵੀ ਨਹੀਂ ਜੀ ਉਹ ਆਏ ਨਹੀਂ ਜੀ, ਫਲਾਣਾ ਕਹਾਣੀਆਂ ਪਾ ਗਏ। ਕੋਈ ਪੁੱਛੇ ਵੀ ਤੁਸੀਂ 25 ਸਾਲ ਤੋਂ ਟ੍ਰੇਨਿੰਗ ਦੇ ਰਹੇ ਹੋ, 50 ਸਰਪੰਚ ਨੂੰ ਇਹੀ ਪਤਾ ਵੀ ਗ੍ਰਾਮ ਸਭਾ ਕੀ ਹੁੰਦੀ ਹੈ, ਤੇ 5 ਕਰੋੜ ਰੁਪਇਆ ਹਰ ਸਾਲ ਖਰਚਦੇ ਹੋ। ਤੁਸੀਂ 125 ਕਰੋੜ ਰੁਪਇਆ ਟ੍ਰੇਨਿੰਗ ਤੇ ਖਰਚਤਾ। ਤੁਸੀਂ ਕਹਿੰਦੇ ਸਰਪੰਚ ਮਾੜੇ ਨੇ ਜੀ, ਉਹ ਟ੍ਰੇਨਿੰਗ ਲੈਂਦੇ ਨਹੀਂ, ਤੁਹਾਨੂੰ ਟ੍ਰੇਨਿੰਗ ਦੇਣੀ ਨਹੀਂ ਆਉਂਦੀ। ਮੈਂ ਕਿਹਾ ਇਹ, ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਉਹ ਇੱਧਰ ਉੱਧਰ ਦੀਆਂ ਪਾ ਕੇ, ਕਹਾਣੀਆਂ ਪਾ ਕੇ, ਨਹੀਂ ਜੀ ਤੁਹਾਨੂੰ ਨਹੀਂ ਪਤਾ ਜੀ, ਤੁਹਾਨੂੰ ਨਹੀਂ ਸਮਝ ਜੀ, ਕਾਨੂੰਨ ਨਹੀਂ ਹੈ, ਇਹ ਗੱਲਾਂ ਕਰਕੇ ਇਹਨਾਂ ਨੂੰ, ਕਿਉਂਕਿ ਆਪ ਵੀ ਉਹਨਾਂ ਸਟੱਡੀ ਨਹੀਂ ਕਰਦੇ, ਨਾ ਹੁਕਮ ਕਰਦੇ ਨੇ। ਇੱਕ ਦੂਜੀ ਗੱਲ ਕੀ ਹੈ, ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੀ ਤੁਸੀਂ ਬੇਰੁਜ਼ਗਾਰੀ ਦੀ ਗੱਲ ਕਰੀ ਹੈ, ਮੈਂ ਦੇਖ ਰਿਹਾ ਸੀ ਅੰਕੜੇ, ਮੈਨੂੰ ਨਹੀਂ ਪਤਾ ਸੀ ਤੁਸੀਂ ਇਹ ਸਵਾਲ ਵੀ ਕਰਦੇ ਨੇ। ਕੱਲ੍ਹ ਹੀ ਮੈਂ ਇਹ ਕਾਫੀ ਡਿਟੇਲ 'ਚ ਸਟੱਡੀ ਕਰਕੇ ਹਟਿਆ। ਉਹਦੇ ਵਿੱਚ ਇਹ ਹੈ ਕਿ ਪੰਜਾਬ 'ਚ ਜੇ ਅਸੀਂ 15 ਸਾਲ ਤੋਂ 35 ਸਾਲ ਤੱਕ ਦੇ, 34 ਸਾਲ ਤੱਕ ਦੇ ਦੇਖਣੇ ਹੁਣ, ਤਾਂ 1 ਕਰੋੜ 8 ਲੱਖ ਨੌਜਵਾਨ ਨੇ, ਯੁਵਕ ਨੇ, ਯੁਵਕ ਯੁਵਤੀਆਂ ਨੇ ਸਾਡੇ ਕੋਲੇ। ਉਹ 1 ਕਰੋੜ 8 ਲੱਖ ਦੇ ਵਿੱਚੋਂ 46 ਲੱਖ ਤਾਂ ਪਹਿਲਾਂ ਹੀ ਕਿਤੇ ਨਾ ਕਿਤੇ ਕੋਈ ਕੰਮ ਕਰ ਰਹੇ ਨੇ, ਰੁਜ਼ਗਾਰ। ਤਕਰੀਬਨ 42 ਲੱਖ ਥਾਂ ਥਾਂ ਤੇ 9ਵੀਂ 'ਚ 10ਵੀਂ 'ਚ, ਕਿਉਂਕਿ 9ਵੀਂ 10ਵੀਂ 'ਚ ਬੱਚਾ ਜਾਂਦਾ 14 ਸਾਲ ਤੋਂ ਬਾਅਦ ਹੀ ਜਾਂਦਾ, 15ਵੇਂ ਸਾਲ ਵਾਲਾ ਹੀ। ਸੋ 11ਵੀਂ 12ਵੀਂ 'ਚ ਪੜ੍ਹਨ ਦਾ, ਜਾਂ ਪੋਲੀਟੈਕਨਿਕ 'ਚ, ਜਾਂ ਇੰਜੀਨੀਅਰਿੰਗ 'ਚ, ਜਾਂ ਨਰਸਿੰਗ 'ਚ, ਜਾਂ ਮੈਡੀਕਲ 'ਚ, ਜਾਂ BEd 'ਚ, ETT 'ਚ, ਉਹ ਸਾਰੇ ਪਾਸੇ ਕਿਤੇ ਨਾ ਕਿਤੇ ਉਹ ਆਰਟ ਐਂਡ ਕਰਾਫਟ 'ਚ, ਹੋਰ ਕਈ ਤਰ੍ਹਾਂ ਦੇ ਕੋਰਸ ਨੇ, ਉਹਨਾਂ ਦੇ ਵਿੱਚ ਉਹ ਸਟੱਡੀ ਕਰ ਰਿਹਾ। ਸੋ 88 ਲੱਖ ਹੋ ਗਿਆ, ਤਾਂ 20 ਲੱਖ ਨੌਜਵਾਨ ਸਾਡਾ ਬੇਰੁਜ਼ਗਾਰ ਹੈ। ਉਹ 20 ਲੱਖ ਨੌਜਵਾਨ ਨੂੰ ਅਸੀਂ ਰੁਜ਼ਗਾਰ ਦੇਣ ਦੀ ਬਜਾਏ, ਜਿਹੜੀ, ਕਿਉਂਕਿ ਅੱਜ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਰਿਜ਼ਰਵੇਸ਼ਨ, ਜਿਹੜੀ ਪੰਜਾਬੀਆਂ ਨੂੰ ਰੁਜ਼ਗਾਰ ਦੇਣ ਦੀ ਗੱਲ, ਇਹ ਮੁੱਖ ਰੂਪ ਦੇ ਵਿੱਚ ਸਰਕਾਰੀ ਦੇ ਵਿੱਚ ਪਹਿਲਾਂ ਤਾਂ ਆਪਾਂ ਕਰਦੇ ਹਾਂ। ਸਰਕਾਰੀ ਦੇ ਵਿੱਚ ਜਦ ਅਸੀਂ ਗੱਲ ਕਰਦੇ ਹਾਂ, ਤੇ ਸਰਕਾਰੀ ਦੇ ਵਿੱਚ ਤਾਂ ਰੁਜ਼ਗਾਰ ਹੀ 2 ਲੱਖ
78000 ਰੈਗੂਲਰ ਭਰੀ ਹੋਈ ਪੋਸਟ ਹੈ, ਤਕਰੀਬਨ 34000 ਪੋਸਟ ਹੈ ਜਿਹੜੀ ਜਿਹਨੂੰ ਕਹਿੰਦੇ ਨੇ ਦਿਹਾੜੀ ਤੇ ਅਚਨਚੇਤ ਖਰਚਿਆਂ ਚੋਂ ਜਾਂ ਠੇਕੇ ਰਾਹੀਂ ਭਰੀਆਂ ਹੋਈਆਂ ਨੇ, ਜਾਂ ਠੇਕੇ ਤੇ ਜਾਂ ਠੇਕੇਦਾਰ ਰਾਹੀਂ 34000 ਉਹ ਹੈ। ਸੋ ਇਹਦਾ ਮਤਲਬ 2-3 ਲੱਖ ਤੇ 12,000 ਜਿਹੜੀ ਹੈ ਉਹ ਸਾਰੀ ਟੋਟਲ ਨੌਕਰੀ ਦਿੱਤੀ ਹੋਈ ਹੈ ਸਰਕਾਰ 'ਚ। ਜਿਹੜੇ ਸੈਮੀ ਗਵਰਨਮੈਂਟ ਅਦਾਰੇ ਨੇ, ਬਿਜਲੀ ਬੋਰਡ ਹੈ, ਸਕੂਲ ਐਜੂਕੇਸ਼ਨ ਬੋਰਡ ਹੈ, PSIDC ਹੈ, ਹਾਂਜੀ, ਇਹਨਾਂ ਦੇ ਵਿੱਚ ਇਹ ਜਿਹੜੇ ਅਦਾਰੇ ਮਾਰਕਫੈਡ ਹੈ ਜੀ, ਮਾਰਕੀਟਿੰਗ ਬੋਰਡ ਹੈ, ਇਹਨਾਂ ਸਾਰਿਆਂ ਦੀ ਮਾਰਕੀਟਿੰਗ ਕਮੇਟੀਆਂ ਨੇ, ਇੰਪਰੂਵਮੈਂਟ ਟਰਸਟ ਨੇ, ਮਿਊਨਿਸਪਲ ਕਮੇਟੀਆਂ ਨੇ, ਇਹਨਾਂ ਸਾਰਿਆਂ ਦੇ ਵਿੱਚ 1,48,700 ਕਿੰਨੀਆਂ ਪੋਸਟਾਂ ਸੀਗੀਆਂ ਤੇ ਉਹਨਾਂ ਚੋਂ ਭਰੀਆਂ ਹੋਈਆਂ ਤਕਰੀਬਨ ਹੈਗੀਆਂ ਜਿਹੜੀਆਂ ਉਹ ਸ਼ਾਇਦ 82,000 ਨੇ, ਕੁਛ ਮੇਰੇ ਐਗਜ਼ੈਕਟ ਫਿਗਰ ਤਾਂ ਨਹੀਂ, ਪਰ ਮੇਰੇ ਖਿਆਲ ਹੈ ਵੀ 82,000 ਜਾਂ 78,000 ਨੇ। ਸੋ ਹੁਣ ਇਹ ਜੇ ਅਸੀਂ ਦੇਖੀਏ ਤਾਂ ਤਕਰੀਬਨ ਅੱਧੀਆਂ ਰਹਿ ਗਈਆਂ। ਜੇ ਤੁਸੀਂ ਅੱਧੀਆਂ ਅਸਾਮੀਆਂ ਖਾਲੀ ਰੱਖਣੀਆਂ ਨੇ ਤੇ ਸਰਕਾਰ ਦੇ ਵਿੱਚ ਜਿੰਨੀਆਂ ਅਸਾਮੀਆਂ 1990 ਸੀ ਭਰੀਆਂ ਹੋਈਆਂ ਉਦੋਂ ਘੱਟ ਰਹੀਆਂ, ਤੇ ਰੁਜ਼ਗਾਰ ਤਾਂ ਤੁਸੀਂ ਦੇ ਹੀ ਨਹੀਂ ਰਹੇ। ਜਿਹੜਾ ਹੈ ਉਹਦੇ ਚ ਜਿਹੜਾ ਤੁਸੀਂ ਕਿਹਾ ਦੂਜਾ ਵੀ ਉਹਦੇ ਦੂਜੇ ਬਾਹਰ ਲਿਆ ਕੇ ਕਰੀ ਜਾਂਦੇ ਨੇ। ਇੱਕ ਤਾਂ ਇਹ ਰੁਜ਼ਗਾਰ ਦਾ ਹੈਗਾ, ਦੂਜਾ ਜਿਹੜਾ ਤੁਸੀਂ ਕਹਿੰਦੇ ਹੋ ਪ੍ਰਾਈਵੇਟ 'ਚ ਰੁਜ਼ਗਾਰ ਦੇਣਾ। ਪ੍ਰਾਈਵੇਟ 'ਚ ਵੀ ਦੋ ਤਰ੍ਹਾਂ ਦਾ ਰੁਜ਼ਗਾਰ ਹੈ, ਇੱਕ ਤਾਂ ਨੌਕਰੀ ਕਰਨਾ ਹੈ, ਆਹ BA MBA ਕਰਕੇ, MBA ਕਰਕੇ, ਇੰਜੀਨੀਅਰਿੰਗ ਕਰਕੇ ਕਾਲ ਸੈਂਟਰਾਂ 'ਤੇ ਲੱਗੇ ਨੇ ਬੱਚੇ, ਆਹ ਜ਼ੋਮੈਟੋ ਵਾਲਿਆਂ ਦੇ ਲੱਗੇ ਹੋਏ ਨੇ ਤੇ ਉਹਨਾਂ ਨੂੰ 5 ਤੋਂ 10,000 ਦਿੰਦੇ ਨੇ। 2 ਲੱਖ ਟੀਚਰ ਤੇ ਹੋਰ EMPLOYE ਪ੍ਰਾਈਵੇਟ ਸਕੂਲਾਂ 'ਚ ਲੱਗਿਆ ਹੈ, ਉਹਨੂੰ ਵੀ 5 ਤੋਂ 10,000 ਰੁਪਏ ਮਿਲਦਾ ਹੈ। ਸਰਕਾਰ ਤਾਂ ਉੱਥੇ ਮਿਨੀਮਮ ਵੇਜ ਨਹੀਂ ਦੇ ਰਹੀ। ਉਹੀ ਜੀ ਪ੍ਰਾਈਵੇਟ ਨੌਕਰੀ ਕੀ ਕਰੂ? ਕਹਿੰਦੇ ਚਲੋ ਜੀ ਜਿਹਾ ਜਿਹਾ ਸੀ। ਅਸਲ 'ਚ ਕਿੱਥੇ ਆ ਵੀ ਸਰਕਾਰੀ ਨੌਕਰੀ ਤੇ ਪ੍ਰਾਈਵੇਟ 'ਚ ਗੈਪ ਜਿਹੜਾ ਪਾੜਾ ਬਹੁਤ ਵੱਡਾ ਹੋ ਗਿਆ। ਸਰਕਾਰ 'ਚ ਬਿਨਾਂ ਕੋਈ ਜ਼ਿੰਮੇਵਾਰੀ ਦੇ, ਬਿਨਾਂ ਕੋਈ ਕੰਮ ਕੀਤੇ, ਭ੍ਰਿਸ਼ਟਾਚਾਰ ਜਿੰਨਾ ਮਰਜ਼ੀ ਕਰੋ, ਕੰਮ ਨਾ ਕਰੋ, ਗੈਰ ਹਾਜ਼ਰ ਰਹੋ, ਝੂਠੀ ਡਿਗਰੀ ਨਾਲ ਨੌਕਰੀ ਲਓ, ਸਰਕਾਰ 'ਚ ਤਨਖਾਹ ਦਾ ਥੱਬਾ, ਜ਼ਿੰਮੇਵਾਰੀ ਕੋਈ ਨਹੀਂ। ਪ੍ਰਾਈਵੇਟ 'ਚ ਤਨਖਾਹ ਬਹੁਤ ਥੋੜੀ ਤੇ ਜ਼ਿੰਮੇਵਾਰੀ ਇਹੀ ਜੀ ਮਿੰਟ 5 ਦੇ ਵਿੱਚ ਕੱਢ ਕੇ ਬਾਹਰ ਮਾਰਦੇ ਨੇ। ਇਹ ਦੋਹਾਂ 'ਚ ਫਰਕ ਹੈ। ਨਾ ਤਾਂ ਤੁਸੀਂ ਉੱਥੇ ਪ੍ਰਾਈਵੇਟ 'ਚ ਇਹ ਕਰਦੇ ਹੋ ਕਿ ਘੱਟੋ ਘੱਟ ਉਜਰਤ ਮਿਲੇਗੀ, ਮਿਨੀਮਮ ਵੇਜ ਤਾਂ ਤੁਸੀਂ ਆਪ ਫਿਕਸ ਕਰੀ ਹੈ ਨਾ। ਪੰਜਾਬ 'ਚ ਤਕਰੀਬਨ 12,000 11,000, ਅਨਸਕਿਲਡ ਦੀ ਵੀ 11,000 ਹੈ, ਸਕਿਲਡ ਦੀ ਤਾਂ ਉਦੋਂ ਵੀ ਜ਼ਿਆਦਾ ਹੈ। ਟੀਚਰ ਤਾਂ ਸਕਿਲਡ ਹੈ ਨਾ, ਡਰਾਈਵਰ ਤਾਂ ਸਕਿਲਡ ਹੈ ਨਾ। ਸੋ ਉਹ 14-15,000 ਤਾਂ ਤੁਸੀਂ ਉਹਨੂੰ ਕੀ ਦਿਵਾਉਣਾ ਜਿਹੜੀ ਤੁਸੀਂ ਆਪ ਨਿਰਧਾਰਤ ਕਰੀ ਵੀ ਇੰਨੀ ਘੱਟੋ ਘੱਟ ਉਜਰਤ ਹੈ। ਨਾ ਤੁਸੀਂ ਆਪਦੇ ਅਦਾਰਿਆਂ 'ਚ ਉਹ ਦੇ ਰਹੇ ਹੋ, ਨਾ ਹੀ ਤੁਸੀਂ ਉਹਦੀਆਂ ਸਰਵਿਸ ਕੰਡੀਸ਼ਨ ਕੋਈ ਵਿੱਚ ਲਿਖਿਆ ਵੀ ਸਰਵਿਸ ਕੰਡੀਸ਼ਨ ਤੈਅ ਕਰਨਗੇ ਉਹੀ ਜਿਹੀਆਂ ਬਣਾਉਣੇ ਕਿ ਉਹਨੂੰ ਆਈ ਨਾ ਉਹੀ ਵੀ ਕੱਲ ਤੂੰ ਉੱਥੇ ਖੜਾ ਸੀ ਬਰਾਂਡੇ 'ਚ ਚੱਲ ਤੈਨੂੰ ਬਾਹਰ ਕੱਢਤਾ, ਇਸ ਤਰ੍ਹਾਂ ਉਹਨੂੰ ਗਾਜਰ ਮੂਲੀ ਵਾਂਗੂ ਕੱਟ ਕੇ ਨਾ ਸੁੱਟ ਸਕਣ। ਉੱਥੇ ਵੀ ਸਰਕਾਰ ਕੁਛ ਨਹੀਂ ਕਰਦੀ। ਜੇ ਜਿਹੜਾ ਤੁਸੀਂ ਕਹਿੰਦੇ ਹੋ ਰਿਜ਼ਰਵੇਸ਼ਨ ਕੁਛ ਵੀ ਕਰਦੇ, ਜਦ ਸਰਕਾਰ ਨੇ ਉੱਥੇ ਕੁਛ ਕਰਨਾ ਹੀ ਨਹੀਂ, ਜਿਨ੍ਹਾਂ ਨੂੰ ਪਹਿਲਾਂ ਨੌਕਰੀ ਮਿਲੀ ਉਹਨਾਂ ਦੀਆਂ ਨੌਕਰੀਆਂ ਨੂੰ ਸੁਨਿਸ਼ਚਿਤ ਨਹੀਂ ਕਰੀ ਵੀ ਮਾੜਾ ਮੋਟਾ ਤਾਂ ਕੋਈ ਰੂਲ ਹੋਵੇ। ਜੇ ਤੁਸੀਂ ਕਿਸੇ ਨੂੰ ਕੱਢਣਾ ਵਿੱਚ ਲਿਖਿਆ ਹਾਲਾਂਕਿ ਰੂਲਾਂ 'ਚ ਤਾਂ ਵੀ ਉਹਦੀ ਇਨਕੁਆਇਰੀ ਹੋਊ, ਫਲਾਣਾ ਹੋਊ, ਕਰਦਾ ਕੋਈ ਨਹੀਂ, ਉਦਾਂ ਹੀ ਕੱਢਣ ਦੇ ਨਾਲ ਸਰਕਾਰ ਨੇ ਕੋਈ ਮੈਕੈਨਿਜ਼ਮ ਬਣਾਈ ਹੈ। ਸੋ ਤੀਜਾ ਤਰੀਕਾ ਇੱਕ ਹੋਰ ਸੀ, ਸਰਕਾਰ ਤੁਸੀਂ ਕਹਿੰਦੇ ਰੁਜ਼ਗਾਰ ਦੇਊਗੀ, ਸਰਕਾਰ ਤਾਂ ਰੁਜ਼ਗਾਰ ਖੋਹਦੀ ਹੈ। ਸਰਕਾਰ ਉਸੇ ਵਿਕਾਸ ਦੇ ਮਾਡਲ ਤੇ ਚੱਲ ਰਹੀ ਹੈ ਜਿਹੜਾ ਪੱਛਮ ਨੇ ਸਾਨੂੰ ਦਿੱਤਾ ਹੈ, ਜਿਹੜਾ ਕੇਂਦਰ ਦਿੱਤਾ ਹੈ, ਜਿਹੜਾ ਅਡਾਨੀਆਂ ਅੰਬਾਨੀਆਂ ਦੇ ਹੱਕ 'ਚ ਹੈ, ਜਿਹੜਾ ਕਾਰਪੋਰੇਟਾਂ ਦੇ ਹੱਕ 'ਚ। ਉਹ ਮਾਡਲ ਕੀ ਹੈ? ਵੱਡੇ ਵੱਡੇ ਪੁਲ ਬਣਾਓ, ਵੱਡੀਆਂ ਵੱਡੀਆਂ ਸੜਕਾਂ ਬਣਾਓ, ਜਿੱਥੇ ਬਿਲਕੁਲ ਬਿਨਾਂ ਰੋਕ ਟੋਕ ਦੇ ਵੱਡੀਆਂ ਗੱਡੀਆਂ ਚੱਲਣ, ਵੱਡੇ ਟਰਾਲੇ ਚੱਲਣ। ਉਹ ਗੱਡੀਆਂ ਜਦੋਂ ਸੜਕਾਂ ਬਣਦੀਆਂ ਨੇ ਤਾਂ ਕਿਸਾਨਾਂ ਦੀ ਜ਼ਮੀਨ ਖੋਹੀ ਜਾਂਦੀ ਹੈ, ਜ਼ਮੀਨ ਖੋਹੀ ਜਾਂਦੀ, ਉੱਥੋਂ ਦੇ ਰੁਜ਼ਗਾਰ ਘਟਦਾ, ਉਹਨਾਂ ਦੀ ਈਵਨ ਪੁਸ਼ਤਾਂ ਤੱਕ ਖਰਾਬ ਹੋ ਜਾਂਦੀਆਂ ਨੇ। ਤੇ ਦੂਜੇ ਪਾਸੇ ਜਦ ਉਹ ਪੁਲ ਬਣਦੇ ਨੇ ਵੱਡੇ ਵੱਡੇ ਤਾਂ ਉਹਦੇ ਨਾਲ ਦੁਕਾਨਾਂ ਦੀ ਵਿਕਰੀ ਘਟ ਜਾਂਦੀ ਹੈ, ਦੁਕਾਨਾਂ ਬੰਦ ਹੋ ਜਾਂਦੀਆਂ ਨੇ। ਤੇ ਉਹਦੇ ਨਾਲ ਜਿਹੜੇ ਰੇਹੜੀ ਵਾਲੇ ਨੇ, ਰਿਕਸ਼ੇ ਵਾਲੇ ਨੇ, ਰੇੜੇ ਵਾਲੇ ਨੇ, ਉਹਨਾਂ ਨੂੰ ਜ਼ੋਰ ਲਾਉਣਾ ਪੈਂਦਾ ਹੈ। ਪਹਿਲਾਂ ਪੁਲ ਤੇ ਚੜਾਉਣ ਵਾਸਤੇ ਧੱਕਾ ਲਾਉਣਾ ਪੈਂਦਾ, ਫਿਰ ਅੱਗੇ ਲਗਾਮ ਖਿੱਚ ਕੇ ਰੱਖਣੀ ਪੈਂਦੀ ਹੈ ਪੁਲ ਦੀ ਢਲਾਈ ਵੇਲੇ। ਆ ਤੁਹਾਡੇ ਪਟਿਆਲੇ ਦੇ ਵਿੱਚ 21 ਨੰਬਰ ਫਾਟਕ ਤੇ ਪੁਲ ਬਣਿਆ ਹੋਇਆ ਹੈ, 22 ਨੰਬਰ ਤੇ ਬਣਿਆ ਹੋਇਆ ਹੈ, ਜਿਹੜਾ ਬਾਈਪਾਸ ਹੈ ਰਾਜਪੁਰਾ ਰੋਡ ਤੋਂ ਸਰਹੰਦ ਰੋਡ ਨੂੰ ਉਹ ਤੇ ਬਣਿਆ ਹੋਇਆ ਹੈ। ਇਹ ਸਾਰੇ ਪੁਲਾਂ ਦੇ ਉੱਤੇ 22 ਨੰਬਰ ਵਾਲਾ ਤਾਂ ਇੰਨਾ ਕੋਈ ਬਹੁਤਾ ਦਿੱਕਤ ਨਹੀਂ ਲੋਕਾਂ ਨੂੰ ਦੇ ਰਿਹਾ, ਕਿਉਂਕਿ ਉੱਥੋਂ ਦੀ ਇੱਦਾਂ ਦੇ ਲੋਕਾਂ ਨੇ ਘੱਟ ਜਾਣਾ ਹੁੰਦਾ ਹੈ। ਪਰ ਜਿਹੜਾ ਇਹਦਾ ਬਾਈਪਾਸ ਵਾਲਾ 21 ਤੇ 22 ਨੰਬਰ ਦੇ ਆਲੇ ਦੁਆਲੇ, 21 ਨੰਬਰ ਦੇ ਆਲੇ ਦੁਆਲੇ ਦੁਕਾਨਾਂ ਕੋਈ ਹੈ ਨਹੀਂ ਸੀਗੀਆਂ ਖਾਸ, 22 ਨੰਬਰ ਦੇ ਆਲੇ ਦੁਆਲੇ ਦੁਕਾਨਾਂ ਦਾ ਵਪਾਰ ਘਟ ਗਿਆ, ਕਿਉਂਕਿ ਅਗਲਾ ਕਹਿੰਦਾ ਯਾਰ ਇੱਧਰ ਨਹੀਂ ਲੈ ਲਓ, ਉੱਥੇ ਕਿੱਥੇ ਥੱਲੇ ਤੱਕ ਜਾਵਾਂਗੇ। ਸੋ ਕਹਿਣ ਦਾ ਮੇਰਾ ਮਤਲਬ ਹੈ ਜਿਹੜੇ ਲੋਕ ਆਪਦਾ ਮਾੜਾ ਮੋਟਾ ਉੱਥੇ ਜਿਹੜੇ ਰੇਹੜੀਆਂ ਵਾਲੇ ਖੜਦੇ ਉਹ ਤਾਂ ਜਮਾ ਹੀ ਗਏ, ਕਿਉਂਕਿ ਰੇਹੜੀ ਤਾਂ ਦੂਜੇ ਪਾਸੇ ਜਾ ਕੇ ਲੈ ਹੀ ਨਹੀਂ ਸਕਦਾ ਸਮਾਨ, ਇੱਧਰ ਉੱਧਰ ਨਹੀਂ ਜਾ ਸਕਦਾ, ਉੱਧਰ ਇੱਧਰ ਨਹੀਂ ਜਾ ਸਕਦਾ। ਸੋ ਇਸ ਕਰਕੇ ਅੱਛਾ ਰੇਲਵੇ ਲਾਈਨ ਤੋਂ ਟੋਟਲ ਬੰਦ ਕਰਤਾ, ਪਰਲੇ ਪਾਸੇ ਵਾਲੇ ਜਿਹੜੇ ਉੱਥੇ ਲੈਣਾ ਸੀ ਉਹ ਜਮਾ ਹੀ ਨਹੀਂ ਆ ਸਕਦੇ, ਕਿਉਂਕਿ ਉਹ ਰਸਤਾ ਹੀ ਬੰਦ ਕਰਤਾ।
ਤਾਂ ਮੈਂ ਕਹਿਣਾ ਕਿ ਤੁਸੀਂ ਨੀਤੀਆਂ ਇਹੋ ਜਿਹੀਆਂ ਬਣਾ ਰਹੇ ਹੋ ਜਿਹੜੀਆਂ ਵੱਡੇ ਤਕੜੇ ਵੱਡੀਆਂ ਕਾਰਾਂ ਵੱਡੀਆਂ ਗੱਡੀਆਂ ਵਾਸਤੇ ਨੇ, ਜਿਹੜੀਆਂ ਆਮ ਬੰਦਾ ਹੈ ਜਿਹੜਾ ਸਾਈਕਲ ਤੇ ਜਾਣ ਵਾਲਾ ਰਿਕਸ਼ੇ ਤੇ ਜਾਣ ਵਾਲਾ ਈਵਨ ਮੈਂ ਤਾਂ ਕਹਾਂਗਾ ਸਕੂਟਰ ਵਾਲਾ, ਉਹਨਾਂ ਵਾਸਤੇ ਤੁਸੀਂ ਜੰਜਾਲ ਪੈਦਾ ਕਰ ਰਹੇ ਹੋ। ਸੋ ਨੌਕਰੀਆਂ ਰੁਜ਼ਗਾਰ ਤਾਂ ਤੁਸੀਂ ਐਂ ਘਟਾ ਰਹੇ ਹੋ। ਹਾਂਜੀ ਹੁਣ ਦੱਸੋ। ਮੈਂ ਇਹ ਸਵਾਲ ਕਰਨਾ ਸੀਗਾ, ਹੁਣ ਅਸੀਂ ਵਿਦੇਸ਼ਾਂ ਦੀ ਗੱਲ ਜਦੋਂ ਕਰਦੇ ਹਾਂ, ਸਰਮਾਇਆ ਜਿਹੜਾ ਪੰਜਾਬ ਦਾ ਹਜ਼ਾਰਾਂ ਕਰੋੜ ਅਰਬਾਂ ਕਰੋੜ ਰੁਪਇਆ ਜਿਹੜਾ ਲੱਗ ਜਾਂਦਾ ਹਰ ਸਾਲ ਵਿਦੇਸ਼ਾਂ ਨੂੰ ਜਾਂਦੇ ਨੇ ਵਿਦਿਆਰਥੀ, ਇੱਥੋਂ ਕਰਜ਼ੇ ਚੱਕਦੇ ਨੇ, ਨਾਲੇ ਮਾਪਿਓ ਕਰਜ਼ੇ ਦੇ ਵਿੱਚ ਫਸ ਜਾਂਦਾ, ਜੇ ਉੱਥੇ ਜਾ ਕੋਈ ਹਾਦਸਾ ਵਾਪਰ ਗਿਆ ਤਾਂ ਜਿਹੜਾ ਮਾੜਾ ਮੋਟਾ ਕਰਜ਼ਾ ਉਤਰਨਾ ਉਹਦੇ ਤੋਂ ਵੀ ਜਾਂਦੇ ਨੇ। ਉਹ ਸਰਕਾਰਾਂ ਨੂੰ, ਜਿਵੇਂ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਬਣ ਗਈ ਤਾਂ ਅਸੀਂ 10-10 ਲੱਖ ਦਾ ਕਰਜ਼ਾ ਵੀ ਦੇ ਦੇਵਾਂਗੇ, ਮਤਲਬ ਇਸ ਤਰ੍ਹਾਂ ਦੀਆਂ ਪਾਲਿਸੀਆਂ ਲੈ ਕੇ ਆਉਂਦੇ ਨੇ ਜਿਹਦੇ ਨਾਲ ਨੌਜਵਾਨ ਇੱਥੇ ਆ ਕੇ ਬਹਿ ਕੇ ਰੁਜ਼ਗਾਰ ਨਾ ਮੰਗਣ, ਇੱਥੇ ਮੰਗਣਗੇ ਤਾਂ ਇੱਥੇ ਡਾਂਗਾ ਮਿਲਣਗੀਆਂ, ਬਾਹਰ ਨੂੰ ਜਾਣਗੇ ਤਾਂ ਪਿੱਛੋਂ ਵੋਟਾਂ ਤੱਕ ਸੀਮਤ ਰਹਿ ਜਾਣਗੇ, ਬਸ ਕਿ ਮਾਪਿਓ ਇੱਥੇ ਬੁੱਢੇ ਉਡੀਕਦੇ ਰਹਿਣਗੇ। ਨਹੀਂ ਉਹ ਬਿਲਕੁਲ ਪਲਾਨ ਚ ਤਾਂ ਠੀਕ ਹੈ ਤੁਸੀਂ, ਉਹ ਪਲਾਨ ਚ ਸਾਰੇ ਕਹਿੰਦੇ ਨੇ ਤੁਹਾਨੂੰ ਆਈਲੈਟ ਕਰਾ ਦਾਂਗੇ ਜੀ, ਤੁਹਾਨੂੰ ਅਮਰਿੰਦਰ ਸਿੰਘ ਜੀ ਵੀ ਕਹਿੰਦੇ ਸੀ, ਆਹ ਕਾਂਗਰਸ ਸਰਕਾਰ ਹੁਣ ਵੀ ਕਹੂਗੀ, ਆਪ ਵਾਲੇ ਵੀ ਕਹਿਣਗੇ, ਇਹ ਸੁਖਬੀਰ ਬਾਦਲ ਨੇ 10 ਲੱਖ ਰੁਪਇਆ ਕਹਿੰਦਾ ਕਰਜ਼ਾ ਦੇ ਦਾਂਗੇ, ਹਾਲਾਂਕਿ 10 ਲੱਖ ਚ ਨਹੀਂ ਕੋਈ ਜਾ ਰਿਹਾ, ਲੋਕ ਤਾਂ 25-25 ਲੱਖ ਰੁਪਇਆ ਲੱਗ ਰਿਹਾ, 10 ਲੱਖ ਚ ਕੁਝ ਨਹੀਂ ਹੋਣਾ। ਤੇ ਮੁੜ ਕੇ ਗਾਹਾਂ ਜਾ ਕੇ ਉੱਥੇ ਈਲੀਗਲ ਜਾਂਦੇ ਨੇ, ਮਾਲਟਾ ਕਿਸ਼ਤੀ ਆਪਾਂ ਨੂੰ ਪਤਾ ਹੀ ਹੈ, ਕਿੰਨੇ ਉਹ ਟਰੱਕਾਂ ਦੇ ਵਿੱਚ ਲੁੱਕ ਕੇ ਜਾਂਦੇ ਨੇ, ਕਿੰਨੇ ਟਾਇਰਾਂ ਟਿਊਬਾਂ ਦੇ ਉੱਤੇ ਬੈਠ ਕੇ ਜਾਂਦੇ ਨੇ, ਮਤਲਬ ਇਹ ਬਹੁਤ ਅਣਮਨੁੱਖੀ ਹਾਲਤਾਂ 'ਚ ਬੈਠ ਕੇ ਜਾਂਦੇ ਨੇ ਕਿੰਨੇ ਲੋਕ ਉੱਥੇ। ਫਿਰ ਉੱਥੇ ਗੁਰਦੁਆਰੇ ਵਗੈਰਾ ਮਾੜਾ ਮੋਟਾ ਸਾਂਭਦੇ ਨੇ, ਅਦਰਵਾਈਜ਼ ਉੱਥੇ ਰਹਿਣ ਦੀ ਜਗ੍ਹਾ ਨਹੀਂ ਹੁੰਦੀ, ਇਲੀਗਲ ਉੱਥੇ ਮਾਈਗਰੈਂਟ ਮੰਨਿਆ ਜਾਂਦਾ ਉਹਨਾਂ ਨੂੰ। ਸੋ ਇਹ ਜਿਹੜਾ ਤਾਂ ਹੈ ਕਿ ਅਸੀਂ ਉਹਨਾਂ ਨੂੰ ਬਾਹਰ ਤੱਕ ਕਰਿਆ, ਅਸੀਂ ਪੂਰੇ ਜਿਹੜਾ ਰੁਜ਼ਗਾਰ ਹੋ ਸਕਦਾ ਉਹ ਦੇ ਨਹੀਂ ਰਹੇ। ਅਸੀਂ ਤਾਂ ਜਿਹੜਾ ਖੇਤੀ ਬਿੱਲ ਆਏ ਨੇ ਉਹਨਾਂ ਮੰਡੀਆਂ ਬੰਦ ਹੋ ਜਾਣੀਆਂ ਨੇ ਸਰਕਾਰੀ, ਬੋਲੀ ਜਾਣ ਬੀਜੇਪੀ ਵਾਲੇ, ਨਹੀਂ ਜੀ ਮੰਡੀ ਦਾ ਕੀ ਹੋਣਾ, ਫਲਾਣਾ ਹੋਣਾ। ਜਦ ਤੁਸੀਂ ਇਹ ਕਹਤਾ ਵੀ ਤੁਸੀਂ ਜਿੱਥੋਂ ਮਰਜ਼ੀ ਜਾ ਕੇ ਖਰੀਦ ਦੇ ਕਿਸਾਨ ਦੀ ਫਸਲ, ਤੇ ਅਗਲੇ ਦਾ ਦਿਮਾਗ ਖਰਾਬ ਹੈ, ਮੰਡੀ 'ਚ ਜਾ ਕੇ ਖਰੀਦੂਗਾ ਜਿਹੜਾ ਖਰੀਦਦਾਰ ਹੈ। ਦੂਜੀ ਗੱਲ, ਮੰਡੀ 'ਚ ਟੈਕਸ ਲੱਗਣਾ, ਬਾਹਰ ਟੈਕਸ ਵੀ ਨਹੀਂ ਲੱਗਣਾ। ਉਹ ਕਹਿੰਦਾ ਨਾਲੇ ਟੈਕਸ ਨਹੀਂ ਲੱਗਣਾ, ਨਾਲੇ ਉਹਦੇ ਘਰੋਂ ਚੁੱਕ ਲਿਆਓ, ਉੱਥੇ ਉਹ ਸੌਦੇਬਾਜ਼ੀ ਨਹੀਂ ਕਰ ਸਕਦਾ ਕਿਉਂਕਿ ਇਕੱਲਾ ਕਿਸਾਨ ਹੈ। ਮੰਡੀ ਤਾਂ ਕਿਸਾਨ ਜ਼ਿਆਦਾ ਨੇ, ਕੋਈ ਸਿਸਟਮ ਹੈ, ਉਹਦੇ ਘਰ ਦੇ ਅੱਗੇ, ਉਹਦੇ ਖੇਤ ਦੇ ਉੱਤੇ, ਸੜਕ ਦੇ ਉੱਤੇ ਖੜ ਕੇ, ਉਹਦੇ ਪਿੰਡ ਦੇ ਦਰਵਾਜ਼ੇ 'ਚ, ਉੱਥੇ ਤਾਂ ਕੋਈ ਸਿਸਟਮ ਹੀ ਨਹੀਂ। ਉੱਥੇ ਤਾਂ ਸਖਤੀ ਦਾ ਸਖਤੀ ਵੀ ਚੱਲੂਗਾ, ਉੱਥੇ ਕੋਈ ਮਾਪਦੰਡ ਤੋਲ ਦੀ ਵੀ ਕੋਈ ਜ਼ਿਆਦਾ ਗਰੰਟੀ ਨਹੀਂ ਹੈ, ਕਿਉਂਕਿ ਉੱਥੇ ਕਿਹੜਾ ਫਰਸ਼ੀ ਕੰਡੇ ਲੱਗੇ ਹੋਣਗੇ। ਉਹ ਜਿੰਨਾ ਮਰਜ਼ੀ ਕਹਦੇ ਵੀ ਅਸੀਂ ਤਾਂ ਐਂ ਤੋਲ ਲਿਆ, ਕੁਆਲਿਟੀ ਦੀ ਵੀ ਕੋਈ ਗਰੰਟੀ ਨਹੀਂ ਉੱਥੇ। ਫਿਰ ਕੁਆਲਿਟੀ ਕੋਈ FCI ਵਾਲਾ, ਕੋਈ ਮਾਰਕਫੈਡ ਵਾਲਾ, ਕੋਈ ਪੰਜਾਬ ਪੰਸਪ ਵਾਲਾ ਹੈ ਜੀ, ਜਾਂ ਫੂਡ ਸਪਲਾਈ ਵਾਲਾ ਕੋਈ ਚੈੱਕ ਕਰੇਗਾ ਕੁਆਲਿਟੀ। ਉੱਥੇ ਕੁਆਲਿਟੀ ਵੀ ਕੋਈ ਨਹੀਂ, ਉਹ ਜਿਹੜਾ ਜੋ ਉਹਨੇ ਕਹਿ ਦੇਣਾ ਉਹੀ ਮੰਨਣਾ ਪਊਗਾ, ਕਿਉਂਕਿ ਇੱਕ ਕਿਸਾਨ ਦੀ ਫਸਲ ਪਈ ਹੈ। ਉੱਥੇ ਉਹ ਲੈਣ ਆ ਗਿਆ, ਉਹਨੇ ਜੋਖਣਾ ਵੀ ਆਪ ਹੈ, ਉਹਨੇ ਉਹਦੀ ਕੁਆਲਿਟੀ ਵੀ ਆਪੇ, ਕਿਉਂਕਿ ਉੱਥੇ ਅੱਲਾ ਦਾ ਕੰਪੀਟੀਸ਼ਨ ਹੀ ਨਹੀਂ ਹੈ। ਇਹ ਤਾਂ ਕਹਿੰਦੇ ਅਸੀਂ ਕੰਪੀਟੀਸ਼ਨ ਪੈਦਾ ਕਰਿਆ, ਕੰਪੀਟੀਸ਼ਨ ਖਤਮ ਹੋ ਗਿਆ। ਮੰਡੀ ਦੇ ਵਿੱਚ ਢੇਰੀਆਂ ਪਈਆਂ ਨੇ, ਉੱਥੇ ਇੱਕ ਪੂਰੀ ਉਹ ਜਾਂਦੀ ਹੈ ਟੋਲੀ, ਜਿਹੜੀ ਉੱਥੇ ਬੋਡੀ ਹੁੰਦੀ ਹੈ। ਜਦ ਭਾਵੇਂ ਕੋਈ ਪ੍ਰਾਈਵੇਟ ਖਰੀਦੇ ਨਾ ਖਰੀਦੇ, ਤੁਸੀਂ ਕਿਸੇ ਮੰਡੀ 'ਚ ਜਾ ਰਹੋ, ਉੱਥੇ ਬੋਡੀ ਹੁੰਦੀ ਹੈ ਬਾਕਾਇਦਾ। ਬੋਡੀ ਦਾ ਟਾਈਮ ਨਿਰਧਾਰਤ ਹੁੰਦਾ ਵੀ ਇੰਨੇ ਵਜੇ ਬੋਡੀ ਸ਼ੁਰੂ ਹੋਊ। ਉਹ 'ਚ FCI ਵਾਲੇ ਵੀ ਖਰੀਦਦੇ ਨੇ, ਮਾਰਕਫੈਡ ਵਾਲੇ ਵੀ ਖਰੀਦਦੇ ਨੇ, ਪੰਸਪ ਵਾਲੇ ਵੀ ਖਰੀਦਦੇ ਨੇ, ਫੂਡ ਸਪਲਾਈ ਵਾਲੇ ਵੀ ਖਰੀਦਦੇ ਨੇ, ਪਨਗਰੇਨ ਵਾਲੇ ਵੀ ਖਰੀਦਦੇ ਨੇ। ਉਹਦੇ ਵਿੱਚ ਸਾਰੇ, ਉਹਦੇ 'ਚ ਪ੍ਰਾਈਵੇਟ ਵੀ ਖਰੀਦਦੇ ਨੇ। ਸੋ ਬੋਡੀ ਲੱਗਣ ਵਾਸਤੇ ਇੱਕ ਤਾਂ ਖਰੀਦਦਾਰ ਇੰਨੇ ਹੋ ਗਏ, ਦੂਜੀ ਗੱਲ ਉਹਦੇ ਵਿੱਚ ਇਹ ਹੋ ਗਈ ਕਿ ਉਹ ਬੋਡੀ ਸਭ ਦੇ ਸਾਹਮਣੇ ਲੱਗ ਰਹੀ ਹੈ। ਉਦੋਂ ਇੱਕ ਕਿਸਾਨ ਨਹੀਂ, ਉੱਥੇ ਕਿੰਨੇ ਕਿਸਾਨ ਨੇ, ਖਰੀਦਦਾਰ ਵੀ ਕਈ ਨੇ, ਕਿਸਾਨ ਵੀ ਕਈ ਨੇ, ਉਦੋਂ ਅੱਗੇ ਉਹਦੇ ਫੈਸਿਲੀਟੇਟਰ ਕਈ ਨੇ। ਉਹ ਫੈਸਿਲੀਟੇਟਰ ਕੌਣ ਨੇ? ਉਹਦੀ ਸਹੂਲਤ ਕਰਨ ਵਾਲੇ, ਉਹ ਆੜਤੀਏ ਨੇ, ਉਹ ਵੀ ਕਿੰਨੀ ਨੇ। ਬਿਲਕੁਲ। ਸੋ ਉਹਨਾਂ ਦੇ ਸਾਹਮਣੇ ਵੱਡੀ ਠੱਗੀ ਨਹੀਂ ਵੱਧ ਸਕਦੀ, ਠੱਗੀਆਂ ਤਾਂ ਅਜੇ ਵੱਧਦੀਆਂ ਨੇ। ਤੁਸੀਂ ਇੱਥੋਂ ਇਹ ਕਰਤਾ, ਸੋ ਤੁਸੀਂ ਰੁਜ਼ਗਾਰ ਵੀ ਘਟਾਤਾ, ਪੱਲੇਦਾਰ ਵੀ ਜਾਣਗੇ, ਭਰਾਈ ਵਾਲੇ ਵੀ ਜਾਣਗੇ, ਝਰਾਈ ਵਾਲੇ ਵੀ ਜਾਣਗੇ। ਸੋ ਤੁਸੀਂ ਇੱਥੋਂ ਰੁਜ਼ਗਾਰ ਖਤਮ ਕਰ ਰਹੇ ਹੋ। ਤੁਸੀਂ ਸਾਰਾ ਜਿਹੜਾ ਲਕਾ ਤੁਕਾ ਹੈ ਉਹ ਅੰਬਾਨੀਆਂ ਅਡਾਨੀਆਂ ਨੂੰ, ਕਾਰਪੋਰੇਟ ਨੂੰ ਸੰਭਾਲ ਰਹੇ ਹੋ, ਤੇ ਲੋਕਾਂ ਨੂੰ ਤੁਸੀਂ ਪੰਗੂ ਬਣਾ ਰਹੇ ਹੋ। ਇਸ ਕਰਕੇ ਖਤਮ ਕਰਦਾ। ਦੂਜੀ ਗੱਲ ਇਹ ਕਿ ਤੁਸੀਂ ਜਿਹੜੀਆਂ ਮਾੜੀਆਂ ਮੋਟੀਆਂ ਸਰਕਾਰੀ ਨੌਕਰੀਆਂ ਨੇ, ਜਾਂ ਅਰਧ ਸਰਕਾਰੀ ਨੌਕਰੀਆਂ ਨੇ, ਜਾਂ ਉਹ ਨੌਕਰੀਆਂ ਨੇ ਪ੍ਰਾਈਵੇਟ ਅਦਾਰਿਆਂ ਜਿੱਥੇ ਸਰਕਾਰ ਦੀ ਰੈਗੂਲੇਸ਼ਨ ਹੈ ਨੌਕਰੀ ਦੇਣ 'ਚ, ਉਹਨਾਂ ਦੇ ਵਿੱਚ ਤੁਸੀਂ ਪੰਜਾਬੀ ਨੂੰ ਬਾਹਰ ਕੱਢ ਕੇ ਜਿਹੜੀ ਮਾੜੀ ਮੋਟੀ ਨੌਕਰੀ ਸਾਡੇ ਪੜ੍ਹੇ ਲਿਖਿਆਂ ਨੂੰ ਮਿਲਣੀ ਸੀ, ਉਹ ਤੁਸੀਂ ਬੰਦ ਕਰ ਰਹੇ ਹੋ। ਜੀ ਬਿਲਕੁਲ। ਡਾਕਟਰ ਸਾਹਿਬ, ਜਦੋਂ ਅਸੀਂ ਬੇਰੁਜ਼ਗਾਰੀ, ਕਿਸੇ ਦੇ ਹੱਥ ਰੁਜ਼ਗਾਰ ਨਹੀਂ, ਨੌਕਰੀ ਨਹੀਂ, ਉਹਦੇ ਪਿੱਛੇ ਦੀ ਜੜ ਵੱਲ ਜਦੋਂ ਹੁਣ ਪਿੱਛੇ ਝਾਤ ਮਾਰਦੇ ਆ, ਕਿ ਗੱਲ ਸਾਰੀ ਸਿੱਖਿਆ ਤੇ ਆਉਂਦੀ ਹੈ। ਕਿ ਕੋਈ ਕਹਿੰਦਾ ਕਿ ਜੀ ਸਿੱਖਿਆ ਚੰਗੀ ਨਹੀਂ, ਜੇ ਚੰਗੀ ਹੁੰਦੀ ਤੇ ਸ਼ਾਇਦ ਇੱਥੇ ਤੱਕ ਮਤਲਬ ਕਿ ਸਰਕਾਰੀ ਕਿਤੇ ਫਿੱਟ ਹੋ ਜਾਂਦੇ। ਸਰਕਾਰਾਂ ਦੇ ਤਰਕ ਵੀ ਹੁੰਦੇ ਨੇ ਨਾ ਕਿ ਇਹਨਾਂ ਕੋਲੇ ਜੀ ਉਸ ਲੈਵਲ ਦੀ ਪੜ੍ਹਾਈ ਨਹੀਂ ਹੈਗੀ, ਅਸੀਂ ਕਿੱਦਾਂ ਨੌਕਰੀ ਦੇ ਦਈਏ। ਜਿਵੇਂ ਮੈਂ ਦੇਖ ਰਿਹਾ ਸੀ ਅਖਬਾਰ 'ਚ ਖਬਰ ਲੱਗੀ,
ਜਿਹੜੇ ਨੌਜਵਾਨ ਨੂੰ ਚਰਨਜੀਤ ਸਿੰਘ ਚੰਨੀ ਮਿਲੇ, ਉਹਦੀਆਂ ਬਾਹਾਂ ਨਹੀਂ, ਉਹਨੇ ਫਿਰ ਵੀ ਗ੍ਰੈਜੂਏਸ਼ਨ ਕੀਤੀ, ਕੰਪਿਊਟਰ ਕੋਰਸ ਕੀਤਾ, ਉਹ ਨੌਕਰੀ ਦੇ ਲਈ ਤਰਸ ਰਿਹਾ। ਉਹ ਕਹਿੰਦਾ ਤਰਸ ਦੇ ਆਧਾਰ ਤੇ ਦੇ ਦਿਓ, ਘੱਟੋ ਘੱਟ ਮੇਰੀਆਂ ਦੋਵੇਂ ਬਾਹਾਂ ਨਹੀਂ ਹੈਗੀਆਂ, ਅਪਾਹਜ ਆ, ਮਾਂ ਨੂੰ ਸੰਭਾਲਣਾ ਕਰੇ, ਪਿਓ ਸਿਰ ਤੇ ਉੱਤੇ ਨਹੀਂ। ਪਰ ਸਰਕਾਰਾਂ ਦੇ ਤਰਕ ਇਹ ਹੁੰਦੇ ਨੇ ਕਿ ਉਹ ਪੜ੍ਹਾਈ ਜਿਹੜੀ ਹੈ, ਜਿਹੜੀ ਇਹਦੇ ਵਾਸਤੇ ਚਾਹੀਦੀ ਹੈ, ਉਹ ਮੁਕੰਮਲ ਨਹੀਂ। ਪਰ ਜਦੋਂ ਅਸੀਂ ਪੜ੍ਹਾਈ ਵੱਲ ਝਾਤ ਮਾਰਦੇ ਹਾਂ, ਜਿਹੜੇ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਨਾ ਤਾਂ ਸਰਕਾਰੀ ਸਕੂਲਾਂ 'ਚ ਹੁਣ IAS IPS ਪੈਦਾ ਹੋ ਰਹੇ ਨੇ, ਜਿਹੜੇ ਉੱਚ ਲੈਵਲ ਦੀ ਸਿੱਖਿਆ, ਗ੍ਰੈਜੂਏਸ਼ਨ ਜਾਂ ਹੋਰ ਵੱਡੇ ਲੈਵਲ ਦੀ ਸਿੱਖਿਆ ਲੈਂਦੇ ਨੇ, ਉਹ ਕਿਤਾਬਾਂ ਤੱਕ ਸੀਮਤ ਹੁੰਦੇ ਨੇ। ਫਿਰ ਉਹਨਾਂ ਨੂੰ ਫਰੈਸ਼ਰ ਤੌਰ ਦੇ ਉੱਤੇ ਰੱਖਿਆ ਜਾਂਦਾ, ਟ੍ਰੇਨੀ ਟਾਈਪ ਰੱਖਿਆ ਜਾਂਦਾ ਕਿ ਇਧਰਲੇ ਪਾਸੇ ਤੁਸੀਂ ਆ ਜਾਓ, ਕਿਉਂਕਿ ਉਹਨਾਂ ਨੂੰ ਪ੍ਰੈਕਟੀਕਲ ਨੌਲੇਜ ਨਹੀਂ ਦਿੱਤੀ ਜਾਂਦੀ। ਜੇ ਪ੍ਰੈਕਟੀਕਲ ਨੌਲੇਜ ਹੋਵੇ, ਹੱਥੀਂ ਹੁਨਰ ਹੋਵੇ, ਤੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਸੁਣਵਾਈ ਹੋ ਜਾਏ। ਨਹੀਂ, ਕੁਛ ਹੱਦ ਤੱਕ ਹੈਗੇ, ਪਰ ਐਡੀ ਵੱਡੀ ਗੱਲ ਨਹੀਂ। ਇਹ ਕਹਿੰਦੇ ਨੇ ਜੀ ਅਨਪੜ੍ਹਾਏ ਬੜਾ। ਪਹਿਲਾ ਸਵਾਲ ਮੇਰਾ ਸਰਕਾਰ ਤੇ ਇਹ ਹੈ ਵੀ ਜੇ ਇਹਨਾਂ ਨੂੰ ਕੁਛ ਆਉਂਦਾ ਨਹੀਂ, ਜਿਹੜੇ ਸਕੂਲਾਂ ਨੂੰ, ਜਿਹੜੀਆਂ ਟ੍ਰੇਨਿੰਗ ਇੰਸਟੀਟਿਊਟਾਂ ਨੇ, ਚਾਹੇ ਇੰਜੀਨੀਅਰਿੰਗ ਕਾਲਜ ਨੇ, ਚਾਹੇ ਮੈਡੀਕਲ ਕਾਲਜ ਨੇ, ਚਾਹੇ ਡੈਂਟਲ ਕਾਲਜ ਨੇ, ਨਰਸਿੰਗ ਕਾਲਜ ਨੇ, ਪੋਲੀਟੈਕਨਿਕ ਨੇ, ਜਾਂ BEd ਕਾਲਜ ਨੇ, ETT ਵਾਲੇ ਨੇ, ਇਹਨਾਂ ਨੂੰ, ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਇਹਨਾਂ ਨੂੰ ਲਾਇਸੈਂਸ ਤਾਂ ਤੁਸੀਂ ਦਿੰਦੇ ਹੋ ਨਾ, ਕੰਟਰੋਲ ਤਾਂ ਤੁਸੀਂ ਕਰਦੇ ਹੋ ਨਾ। ਤੇ ਫਿਰ ਜੇ ਇੱਥੇ ਪੜ੍ਹਾਈ ਮਾਰੀ ਆ, ਫਿਰ ਉਹ ਕੀ ਕਰਨਾ? ਫੀਸਾਂ ਤੁਸੀਂ ਤੈਅ ਕਰਦੇ ਹੋ, ਅੱਡੀਆਂ ਫੀਸਾਂ ਦਿੰਦੇ ਨੇ। ਪਹਿਲਾਂ ਗੱਲ ਇਹ ਹੈ। ਇਹ ਤਾਂ ਹੈਗਾ ਪ੍ਰਾਈਵੇਟਾਂ ਬਾਰੇ। ਜਿਹੜਾ ਸਰਕਾਰੀਆਂ ਦਾ ਹਾਲ ਹੈ, ਸਰਕਾਰੀ 'ਚ ਤਾਂ ਕਿੰਨੇ ਤਾਂ ਟੀਚਰ ਝੂਠੀ ਡਿਗਰੀ ਨਾਲ ਲੱਗੇ ਹੋਏ ਨੇ, ਕਿੰਨੇ ਬਾਹਰ ਬੈਠੇ ਤਨਖਾਹ ਲੈ ਰਹੇ ਨੇ, ਕਿੰਨੇ ਟੀਚਰ ਜਿਹੜੇ ਨੇ 19 ਬੱਚਾ ਪਿੱਛੇ ਇੱਕ ਟੀਚਰ ਹੈ, ਪੜ੍ਹਾਉਂਦੇ ਨਹੀਂ ਉਹਨੂੰ ਵੀ ਤੁਸੀਂ ਕੁਝ ਨਹੀਂ ਕਹਿੰਦੇ। ਉਹਦਾ ਬੱਚੇ ਦੀ ਜ਼ਿੰਦਗੀ ਸਮਾਂ ਖਰਾਬ ਕਰਦੇ ਹੋ ਨਾ। ਆਪਦੇ ਬੱਚੇ ਤਾਂ ਉੱਥੇ ਪੜ੍ਹਦੇ ਨਹੀਂ, ਉਹਨਾਂ ਨੂੰ ਫਰਕ ਨਹੀਂ ਪੈਂਦਾ ਵੀ ਸਕੂਲ 'ਚ ਕੋਈ ਖਰਾਬ ਹੈ, ਚੰਗਾ ਹੈ, ਮਾੜਾ ਹੈ। ਸੋ ਉਹ ਵੀ ਗੜਬੜ ਹੋ ਗਈ। ਤੀਜੀ ਜਿਹੜੀ ਗੱਲ ਤੁਸੀਂ ਕਰੀ ਹੈ, ਜਦ ਤੁਸੀਂ ਨੌਕਰੀ ਦੇਣੀ ਹੈ, ਫਿਰ ਵੀ ਉਹ ਜੇ ਕਾਬਲ ਵੀ ਨੇ, ਤੁਸੀਂ ਕਿਵੇਂ ਨੌਕਰੀਆਂ ਦਿੰਦੇ ਹੋ? ਆਹ ਤੁਹਾਡੇ ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਐਡਵਰਟਾਈਜ਼ ਕਰੀ, ਗੈਸਟ ਫੈਕਲਟੀ ਦੀ, ਪੰਜਾਬੀ ਯੂਨੀਵਰਸਿਟੀ ਨੇ ਸ਼ਾਮ ਨੂੰ ਇੱਕ ਦਿਨ ਪਹਿਲਾਂ ਨੋਟਿਸ ਲਾਤਾ, ਦੂਜੇ ਦਿਨ ਰੱਖ ਲਿਆ। ਇਹਦਾ ਮਤਲਬ ਤੁਸੀਂ ਹੇਰਾਫੇਰੀ ਨਾਲ ਰੱਖਿਆ। ਜਦ ਵਾਈਸ ਚਾਂਸਲਰ ਨਹੀਂ, ਉਹਦਾ ਮਤਲਬ ਆਏ ਹੈ, ਉਹਦਾ ਮਤਲਬ ਆਏ ਹੈ, ਉਹਦਾ ਮਤਲਬ ਆਏ ਹੈ। ਮਤਲਬ ਕੀ ਜਾਣੀਏ? ਸਾਨੂੰ ਤਾਂ ਇਹ ਦਿਖਦਾ ਵੀ ਤੁਸੀਂ ਇੱਕ ਦਿਨ ਦਾ ਨੋਟਿਸ ਲਾ ਕੇ ਦੂਜੇ ਦਿਨ ਤੁਸੀਂ ਰੱਖ ਲਿਆ। ਇੱਕ ਦਿਨ ਤਾਂ ਜਿਹੜਾ ਬਠਿੰਡੇ 'ਚ ਨੋਟਿਸ ਲਾਓਗੇ, ਅੰਮ੍ਰਿਤਸਰ ਨੂੰ ਪਤਾ ਨਹੀਂ ਲੱਗਣਾ ਵੀ ਭਾਈ ਕੋਈ ਨੋਟਿਸ ਵੀ ਲੱਗਿਆ। ਨਾਲੇ ਉੱਥੇ ਜਾ ਕੇ ਥੋੜ੍ਹਾ ਦੇਖੂਗਾ, ਜਾਂ ਅਖਬਾਰ 'ਚ ਦੇ ਕੇ। ਤੁਸੀਂ ਨੋਟਿਸ ਦਿਓ 15-20 ਦਿਨ ਦਾ, 3 ਹਫ਼ਤੇ ਦਾ, ਕੋਈ ਤਾਂ ਦਿਓ। ਜਾਂ ਤੁਸੀਂ ਦੱਸੋ ਵੀ ਤੁਹਾਨੂੰ ਐਡੀ ਵੱਡੀ ਅੱਗ ਕਿੱਥੇ ਮੱਚੀ ਸੀ ਪੈਰਾਂ ਥੱਲੇ ਵੀ ਕੱਲ ਨੂੰ ਹੀ ਲਾਉਣਾ ਜ਼ਰੂਰੀ ਸੀ। ਇਹਦਾ ਮਤਲਬ ਇਹ ਹੈ ਕਿ ਨੋਟਿਸ ਤੁਸੀਂ ਕਾਗਜ਼ਾਂ ਦਾ ਕਰ ਪੂਰਾ ਕਰਿਆ, ਅਸਲ ਤੁਸੀਂ ਬੰਦਾ ਪਹਿਲਾਂ ਹੀ ਰੱਖਿਆ ਹੋਇਆ ਸੀ। ਫਿਰ ਵਾਈਸ ਚਾਂਸਲਰ ਜਿਹੜਾ ਤਾਜ਼ੇ ਲੱਗਿਆ ਉਹ ਜਸਟੀਫਾਈ ਕਰਦਾ ਵੀ ਇਹ ਤਾਂ ਸਭ ਠੀਕ ਹੈ, ਔਰ ਉਹਦੇ 'ਤੇ ਸਰਕਾਰ ਭੋਰਾ ਨਹੀਂ ਬੋਲਦੀ। ਸਰਕਾਰ ਬਿਲਕੁਲ ਨਹੀਂ ਪੁੱਛਦੀ ਵੀ ਇਹਨੂੰ ਕਰੋ ਕੈਂਸਲ। 3 ਹਫ਼ਤੇ ਦਾ ਜਾਂ 4 ਹਫ਼ਤੇ ਦਾ ਨੋਟਿਸ ਦਿਓ। ਸਰਕਾਰ ਆਪਦੇ ਰੇਡੀਓ ਤੇ TV 'ਤੇ, ਇੱਥੋਂ ਦੂਰਦਰਸ਼ਨ ਤੋਂ, ਜਲੰਧਰ ਤੋਂ, ਰੇਡੀਓ ਤੇ ਅਨਾਉਂਸ ਕਰੇ ਵੀ ਇੰਨੀਆਂ ਪੋਸਟਾਂ ਨੇ, ਗੈਸਟ ਫੈਕਲਟੀ ਆ, ਫਲਾਣੀ ਫਲਾਣ ਤੇ ਰੱਖਣੀਆਂ ਨੇ, ਆਹ ਪੈਸੇ ਦੇਵਾਂਗੇ, ਜਿਹਨੇ ਜਿਹਨੇ ਅਰਜ਼ੀਆਂ ਦੇਣੀਆਂ ਨੇ ਇੰਨੇ ਦਿਨਾਂ 'ਚ ਦਿਓ। ਇਹ ਕਿਉਂ ਨਹੀਂ ਕਰਦੇ? ਨਾ ਵਾਈਸ ਚਾਂਸਲਰ ਨੂੰ ਪੁੱਛਿਆ, ਉਹ ਭਰਤੀ ਵੀ ਹੋ ਗਈ। ਫਿਰ ਠੀਕ ਹੈ, ਫਿਰ ਠੱਗੀ ਵੱਜਣੀ ਹੈ ਨਾ। ਆਹ ਮੈਡੀਕਲ ਕਾਲਜ 'ਚ ਭਰਤੀ ਕਰ ਰਹੇ ਨੇ ਇੱਥੇ, ਡਾਕਟਰ ਅੰਬੇਦਕਰ ਇੰਸਟੀਚਿਊਟ 'ਚ, ਉੱਥੇ ਵੀ ਐਂ ਕਰਦੇ ਨੇ, ਰਾਤ ਨੂੰ ਬੁਲਾ ਲੈਂਦੇ ਨੇ। ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਨੂੰ ਬੁਲਾਇਆ ਹੈ, ਕਿਉਂਕਿ ਜਿਹੜੇ ਬੰਦੇ ਦੀ ਸੌਦੇਬਾਜ਼ੀ ਜਾਂ ਕੋਈ ਵੀ ਕਾਰਨ ਹੁੰਦਾ, ਉਹਨਾਂ ਨੂੰ ਚੱਕ ਕੇ ਨੌਕਰੀ ਦਿੰਦੇ। ਪਤਾ ਉਦੋਂ ਲੱਗਦਾ ਜਦ ਉਹਨੂੰ ਨੌਕਰੀ ਮਿਲ ਜਾਂਦੀ ਹੈ, ਕਿਉਂਕਿ ਜਿਹੜੀ ਪ੍ਰਿੰਸੀਪਲ ਲਾਈ ਹੈ ਉਹ ਹੀ ਸ਼ਰਤਾਂ ਪੂਰੀਆਂ ਨਹੀਂ ਕਰਦੀ ਸੀ। ਹੁਣ ਜਿਹੜੇ ਡਾਇਰੈਕਟਰ ਪ੍ਰਿੰਸੀਪਲ ਤੁਸੀਂ ਲਾਏ ਨੇ, ਜਿਹੜੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ, ਤੇ ਫਿਰ ਉਹ ਇੱਕ ਮਿਲਗੋਭਾ ਕੰਮ ਹੀ ਚੱਲੂਗਾ ਨਾ ਸਾਰਾ। ਸੋ ਮੈਂ ਤਾਂ ਕਹਿਣਾ ਕਿ ਸਾਡੇ, ਪਹਿਲੀ ਗੱਲ, ਜਿੰਨੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਨੇ ਉਹ ਪੈਦਾ ਨਹੀਂ ਕੀਤੀਆਂ ਜਾ ਰਹੀਆਂ। ਦੂਜੀ ਗੱਲ, ਜਿਹੜੀਆਂ ਨੌਕਰੀਆਂ ਹੈਗੀਆਂ ਉਹ ਤਰੀਕੇ ਇਹੋ ਜਿਹੇ ਵਰਤੇ ਜਾਂਦੇ ਕਿ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਤੀਜੀ ਗੱਲ, ਜਿਹੜੀਆਂ ਫੇਰ ਵੀ ਰਹਿ ਗਈਆਂ ਉਹਨਾਂ ਦੇ ਉੱਤੇ ਫੇਰ ਸਿਲੈਕਸ਼ਨ ਨਹੀਂ ਹੋ ਰਹੀ। ਚੌਥੀ ਗੱਲ, ਜੇ ਫੇਰ ਸਿਲੈਕਸ਼ਨ ਹੋਣੀ ਵੀ ਹੈ ਤਾਂ ਪੰਜਾਬੀਆਂ ਨੂੰ ਉਹ 'ਚੋਂ ਵੱਡਾ ਚਾਂਸ ਨਹੀਂ ਮਿਲਦਾ, ਕਿਉਂਕਿ ਉੱਥੇ ਪੰਜਾਬੀ ਜ਼ਰੂਰੀ ਨਹੀਂ ਹੈ, ਜਿਹੜੀ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ ਕਾਨੂੰਨੀ ਤਰੀਕੇ ਨਾਲ, ਸੰਵਿਧਾਨਕ ਤਰੀਕੇ ਨਾਲ, ਉਹ ਨਹੀਂ ਹੈ। ਸੋ ਇਸ ਕਰਕੇ ਇੱਥੇ ਜੇ ਤੁਸੀਂ ਸਾਰੇ ਇੱਕ ਪਾਸੇ ਰਲੇ ਹੋਏ ਨੇ, ਆਮ ਬੰਦੇ ਨੂੰ ਨੌਕਰੀ ਨਹੀਂ ਦੇਣੀ, ਤੇ ਫਿਰ ਤੁਸੀਂ ਉਹਦਾ ਕੀ ਕਰੋਗੇ? ਵਕੀਲ ਦਾ ਘਰ ਖੈਰ ਬਣਾਓ। ਮੇਰਾ ਆਖਰੀ ਸਵਾਲ ਇਹ ਆ ਕਿ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਕੇਂਦਰ ਧੱਕਾ ਕਰਦਾ, ਸੂਬਿਆਂ ਦੀਆਂ ਸਰਕਾਰਾਂ ਕਹਿ ਦਿੰਦੀਆਂ, ਪਰ ਇੱਥੇ ਤਾਂ ਇਹ ਕੰਮ ਪੰਜਾਬ ਸਰਕਾਰ ਦੇ ਕਰਨ ਵਾਲਾ ਹੈ, ਇਸ ਦਾ ਕੇਂਦਰ ਦਾ ਕੋਈ ਰੋਲ ਹੀ ਨਹੀਂ। ਫਿਰ ਲੋਕ ਹੁਣ ਕੀ ਕਰਨ? ਲੋਕ ਕਿਹਦੇ ਮੂੰਹ ਵੱਲ ਝਾਕਣ? ਸਰਕਾਰਾਂ ਦੀ ਨੀਅਤ ਚੰਗੀ, ਲੋਕ ਸਾਰੇ ਬੱਚਿਆਂ ਨੂੰ ਪੜ੍ਹਾ ਕੇ ਬੁਰਾ ਹਾਲ। ਨਹੀਂ, ਗੱਲ ਤੁਹਾਡੀ ਠੀਕ ਹੈ। ਪਹਿਲੀ ਗੱਲ ਇਹ ਹੈ, ਇੱਥੇ ਸਰਕਾਰ ਬੇਸ਼ੱਕ ਧੱਕਾ ਕਰਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਕੇਂਦਰ ਸਾਡੇ ਨਾਲ ਧੱਕਾ ਨਹੀਂ ਕਰ ਰਿਹਾ। ਕੇਂਦਰ ਸਾਡੇ ਨਾਲ ਧੱਕਾ ਕਰ ਰਿਹਾ ਹੈ, ਬਲਕਿ ਦੁਖਾਂਤ ਹੀ ਇਹ ਹੈ, ਇਹ ਧੱਕੇ ਹੋ ਹੀ ਤਾਂ ਜ਼ਿਆਦਾ ਰਹੇ ਨੇ ਕਿਉਂਕਿ ਕੇਂਦਰ ਅੱਗੇ ਨਹੀਂ ਬੋਲਦੇ, ਤੇ ਲੋਕਾਂ ਨੂੰ ਕਹਿੰਦੇ ਤੁਸੀਂ ਸਾਡੇ ਅੱਗੇ ਨਾ ਬੋਲੋ। ਜੇ ਕਿਤੇ ਕੇਂਦਰ ਅੱਗੇ ਬੋਲਦੇ ਹੋਣ ਤਾਂ ਇਹ ਲੋਕਾਂ ਦੀ ਗੱਲ ਵੀ ਸੁਣਨਗੇ। ਫਿਰ ਜਦ ਕਿਸੇ ਮੁੱਖ ਮੰਤਰੀ ਨੂੰ ਜਾਂ ਮੰਤਰੀ ਨੂੰ ਕੋਈ 2 ਬਾਹਾਂ ਇਕੱਠੀਆਂ ਵਾਲਾ ਮਿਲੇਗਾ ਨਾ, ਕੰਪਿਊਟਰ ਦੀ ਡਿਗਰੀ ਕਰਕੇ, ਉਹ ਸੋਚੇਗਾ ਯਾਰ ਇਹਨੂੰ ਕੋਈ ਤਾਂ ਰੁਜ਼ਗਾਰ ਦੇਣਾ ਬਣਦਾ ਹੈ।
ਉਹਦੇ ਬੋਲਣ ਨੂੰ ਪ੍ਰਵਾਨ ਕਰੇਗਾ। ਹੁਣ ਇਹ ਬੋਲਣ ਨੂੰ ਪ੍ਰਵਾਨ ਨਹੀਂ ਕਰਦੇ, ਇਹਨਾਂ ਨੇ ਕੀ ਪ੍ਰਵਾਨ ਕਰਨਾ, ਆਪਸ ਵਿੱਚ ਨਹੀਂ ਪ੍ਰਵਾਨ ਕਰਦੇ। ਤੁਸੀਂ ਮੈਨੂੰ ਦੱਸੋ, ਕਾਂਗਰਸ ਦਾ ਜਿੰਨਾ ਚੱਲ ਰਿਹਾ ਹੈ ਉਹ ਪ੍ਰਵਾਨ ਕਰਦੇ ਨੇ ਇੱਕ ਦੂਜੇ ਨੂੰ, ਜੋ ਕੁਝ ਮੋਹਣੀ ਹੁੰਦੇ ਨੇ। ਆ ਕੈਪਟਨ ਬਾਹਰ ਜਾ ਕੇ ਜੋ ਕੁਝ ਬੋਲ ਰਿਹਾ ਹੈ ਉਹ ਭਾਸ਼ਾ ਤੁਹਾਡੇ ਖਿਆਲ 'ਚ ਵੀ ਪੂਰੀ ਮਰਿਆਦਾ ਵਾਲੀ ਭਾਸ਼ਾ ਹੈ? ਜਿਹੜੇ ਸੁਖਬੀਰ ਬਾਦਲ ਜਾਂ ਕੇਜਰੀਵਾਲ ਜੀ ਅਜੇ ਫਿਰ ਵੀ ਚਲੋ ਬੋਲਣ 'ਚ ਇਦਾਂ ਨਹੀਂ ਅਜੇ ਕਰ ਰਹੇ, ਕਿਉਂਕਿ ਪਿੱਛੇ ਉਹ ਸਫਰ ਕਰ ਚੁੱਕੇ ਇਸ ਗੱਲ 'ਚੋਂ। ਤੇ ਹੁਣ ਵੀ ਪਰ ਫਿਰ ਵੀ ਕਹਿਤਾ ਕਿਸੇ ਨੇ ਵੀ ਚੰਗਾ ਇਹਨਾਂ ਨੇ ਮੈਨੂੰ ਐਂ ਕਿਹਾ, ਹੁਣ ਮੈਂ ਮੁਕੱਦਮਾ ਕਰੂੰਗਾ, ਕੇਜਰੀਵਾਲ ਜੀ ਐਂ ਕਹਿ ਕੇ ਗਏ ਨੇ। ਸੋ ਜਦ ਤੁਸੀਂ ਭਾਸ਼ਾ ਦਾ ਤਹਮਲ ਤੁਹਾਡੇ ਕੋਲ ਨਹੀਂ, ਲੋਕਾਂ ਦੀ ਤੁਸੀਂ ਗੱਲ ਨਹੀਂ ਸੁਣਨੀ, ਉੱਤੇ ਤੁਸੀਂ ਬੋਲਣਾ ਨਹੀਂ। ਦਿੱਲੀ ਦੇ ਵਿੱਚ ਉਹਨਾਂ ਨੇ ਪਾਵਰਾਂ ਖੋਲੀਆਂ, ਹੋਮ ਮਿਨਿਸਟਰੀ ਨੇ ਗਵਰਨਰ ਨੂੰ ਦੇਤੀਆਂ ਚੱਕ ਕੇ ਸਾਰੀਆਂ, ਵੀ ਲੈਫਟੀਨੈਂਟ ਗਵਰਨਰ ਦੇ ਪੁੱਛੇ ਬਿਨਾਂ ਕੁਝ ਨਹੀਂ ਹੋਏਗਾ। ਤੇ ਉੱਥੇ ਤਾਂ ਇਹ ਕੁਝ ਨਹੀਂ ਕਰ ਸਕੇ। ਜਿੱਥੇ 72 MLA ਨੇ ਉੱਥੇ ਐਜੀਟੇਟ ਨਹੀਂ ਕਰਿਆ ਵੀ ਸਾਡੀਆਂ ਪਾਵਰਾਂ ਕਿਵੇਂ ਖੋਲੀਆਂ। ਸੋ ਇੱਥੇ ਕਿਵੇਂ ਕਰਨਗੇ? ਸੋ ਇਹ ਕੀ ਕਰਦੇ ਨੇ ਇਹ ਸਾਰੇ, ਕਿਉਂਕਿ ਪਰਿਵਾਰੀ ਨੇ, ਦਰਬਾਰੀ ਨੇ, ਵਪਾਰੀ ਨੇ। ਤਾਂ ਫਿਰ ਕੀ ਕਰਨਾ, ਲੋਕਾਂ ਨੂੰ ਬਦਲਦਾ। ਇੱਕ ਮਿੰਟ ਜੀ ਖਤਮ ਕਰਦਾ। ਇਸ ਕਰਕੇ ਇਹ ਨਾ ਤਾਂ ਕੇਂਦਰ ਅੱਗੇ ਬੋਲਣ, ਕੇਂਦਰ ਧੱਕੇ ਕਰ ਰਿਹਾ ਇਹ 'ਚ ਕੋਈ ਸ਼ੱਕ ਨਹੀਂ, ਔਰ ਪੰਜਾਬ ਨਾਲ ਵਿਸ਼ੇਸ਼ ਤੌਰ ਤੇ ਕਰ ਰਿਹਾ। ਮੈਂ ਇਹਦੇ ਡਾਕੂਮੈਂਟਰੀ ਪ੍ਰੂਫ ਦੇ ਸਕਦਾ ਵੀ ਇਕੱਲੇ ਪੰਜਾਬ ਨਾਲ ਬਾਕੀਆਂ ਦੇ ਮੁਕਾਬਲੇ ਵੀ ਕਰ ਰਿਹਾ, ਇਹ ਵੀ ਹੈਗਾ, ਡਾਕੂਮੈਂਟ ਨੇ। ਛੋਟੀ ਜਿਹੀ ਉਦਾਹਰਨ ਵੀ ਦੇ ਦਿੰਦਾ। ਮਨਰੇਗਾ ਦੀ ਦਿਹਾੜੀ ਕੇਂਦਰ ਤੈਅ ਕਰਦਾ ਹੈ। ਪੰਜਾਬ ਦੇ ਵਿੱਚ ਉਹ ਦਿਹਾੜੀ 269 ਰੁਪਈਏ ਹੈ, ਹਰਿਆਣੇ 'ਚ ਉਹ 325 ਰੁਪਈਏ ਹੈ। ਹੁਣ ਦੱਸੋ ਵੀ ਹਰਿਆਣੇ 'ਚ ਦਿਹਾੜੀ 325 ਮਨਰੇਗਾ ਦੀ ਕਿਵੇਂ ਹੋਵੇ? ਹਰਿਆਣੇ 'ਚ ਦਿਹਾੜੀ ਘੱਟ ਹੈ ਨਾਰਮਲੀ, ਪੰਜਾਬ 'ਚ ਵੱਧ ਹੈ, ਪਰ ਪੰਜਾਬ 'ਚ ਮਨਰੇਗਾ ਦੀ ਘੱਟ ਹੈ। ਕੇਂਦਰ ਨੇ ਤੈਅ ਕਰੀ ਹੈ, ਨੋਟੀਫਿਕੇਸ਼ਨ ਪਈ ਆ ਮੇਰੇ ਸਾਹਮਣੇ, ਪਈ ਹੈ ਨੋਟੀਫਿਕੇਸ਼ਨ। ਸੋ ਇਸ ਕਰਕੇ ਆਪਾਂ ਇਹ ਨਾ ਸਮਝੀ ਵੀ ਕੇਂਦਰ ਧੱਕਾ ਨਹੀਂ ਕਰਦਾ, ਕੇਂਦਰ ਧੱਕਾ ਕਰਦਾ। ਦੂਜੀ ਗੱਲ, ਇਹ ਉਸ ਧੱਕੇ ਦੇ ਖਿਲਾਫ ਵੀ ਨਹੀਂ ਬੋਲਦੇ, ਇਹ ਆਪ ਧੱਕਾ ਕਰਦੇ ਨੇ। ਜੋ ਤੁਸੀਂ ਕਿਹਾ ਠੀਕ ਕਿਹਾ, ਇਹ ਆਪ ਵੀ ਧੱਕਾ ਕਰਦੇ ਨੇ, ਕਿਉਂਕਿ ਇੱਥੇ ਸਾਰੀ ਜ਼ੋਰ ਦੀ ਰਮਾਈ ਰਮ ਰਹੀ ਹੈ। ਇੱਕ ਸਵਾਲ ਤੁਸੀਂ ਮੈਨੂੰ ਜਿਹੜਾ ਕਰਿਆ ਉਹਦਾ ਮੈਂ ਜਵਾਬ ਦੇ ਕੇ ਆਪਣੀ ਗੱਲ ਨੂੰ ਵਿਰਾਮ ਦੇਵਾਂਗਾ ਕਿ ਲੋਕ ਕੀ ਕਰਨ। ਹੁਣ ਲੋਕ ਇਹਨਾਂ ਦੀਆਂ ਮੋਮੋ ਠੱਗਣੀਆਂ 'ਚ ਨਾ ਆਉਣ। ਇਹਨਾਂ ਦੇ ਦਿਖਾਏ ਹੋਏ ਤਲਿਸਮੀ ਜਾਲ ਦੇ ਵਿੱਚ, ਇਹਨਾਂ ਦੇ ਅਲਾਦੀਨ ਦੇ ਚਿਰਾਗ ਨੂੰ, ਇਹਨਾਂ ਦੇ ਸੁਪਨ ਦੇਸ਼ ਨੂੰ, ਇਹਨਾਂ ਦੀ ਪਰੀ ਕਹਾਣੀਆਂ ਨੂੰ ਹਕੀਕਤ ਨਾ ਮੰਨਣ। ਇਹ ਮੰਨ ਲੈਣ ਵੀ ਇਹ ਸੁਪਨ ਸਾਜ ਨੇ, ਤੁਹਾਨੂੰ ਝੂਠੇ ਸੁਪਨੇ ਵੇਚ ਕੇ ਜਾ ਰਹੇ ਨੇ, ਇਹਨਾਂ ਕੋਲ ਹੈ ਕੁਛ ਨਹੀਂ। ਇਹ ਮਦਾਰੀ ਨੇ, ਮਦਾਰੀ ਵਾਲਾ ਖੇਡ ਕਰ ਰਹੇ ਨੇ, ਰਾਦਰ ਮਦਾਰੀ ਨਹੀਂ ਮੈਂ ਕਹਾਂਗਾ, ਮਦਾਰੀ ਵਾਲਾ ਖੇਡ ਕਰ ਰਹੇ ਨੇ। ਉਹ ਤੁਹਾਡੇ ਸਾਹਮਣੇ ਕਬੂਤਰ ਕੱਢ ਕੇ ਦਿਖਾ ਦਿੰਦਾ, ਪਰ ਅਸਲ 'ਚ ਕਬੂਤਰ ਹੁੰਦਾ ਨਹੀਂ ਹੈ। ਉਹ ਤੁਹਾਡੇ ਸਾਹਮਣੇ ਪੈਸੇ ਕੱਢ ਕੇ ਦਿਖਾ ਦਿੰਦਾ, ਪਰ ਅਸਲ 'ਚ ਪੈਸੇ ਹੁੰਦੇ ਨਹੀਂ ਹੈ। ਸੋ ਇਹ ਮਿੱਟੀ ਤੋਂ ਪੈਸੇ ਨਹੀਂ ਬਣਦੇ, ਮਾਇਆ ਮੰਤਰਾਂ ਨਾਲ ਮੂੜ ਮਿਲਦੀ, ਕਾਹਨੂੰ ਫਿਰਨ ਮਦਾਰੀਏ ਜੀ। ਸੋ ਇਹਨਾਂ ਦੇ ਇੱਕ ਤਾਂ ਤਿਲਸਮੀ ਜਾਲ ਹੈ ਜਿਹੜਾ, ਜਾਦੂਗਰੀ ਹੈ, ਉਹਦੇ ਵਿੱਚ ਨਾ ਫਸਣ। ਫਿਰ ਜੇ ਨਹੀਂ ਫਸਦੇ ਤਾਂ ਕੀ ਕਰਨ? ਚੰਗਾ ਹੋਇਆ ਆ ਕਿਸਾਨੀ ਮੋਰਚੇ ਬਾਅਦ ਲੋਕ ਸਵਾਲ ਕਰਨ ਲੱਗੇ ਨੇ। ਐ ਨਹੀਂ ਵੀ ਬਿਲਕੁਲ ਹਨੇਰਾ ਹੈ, ਸਵਾਲ ਕਰ ਰਹੇ ਨੇ ਨੌਜਵਾਨ। ਉਹ ਸਵਾਲ ਸਿਰਫ ਇਹ ਨਾ ਕਰਨ ਵੀ ਨੌਕਰੀ ਦਿਓਗੇ, ਉਹ ਕਹਿੰਦੇ ਹਾਂਜੀ ਦੇਵਾਂਗੇ। ਉਹ ਕਹਿਣ ਕਿ ਭਾਈ ਤੁਸੀਂ ਕਿਹਾ ਸੀ, ਕਾਂਗਰਸੀ ਜਾਂ ਜਾਣ ਵੀ ਤੁਸੀਂ ਕਿਹਾ ਸੀ ਅਸੀਂ ਘਰ ਘਰ ਨੌਕਰੀ ਦਿਆਂਗੇ, ਤੁਸੀਂ ਸਾਨੂੰ ਅੱਜ ਬਲਿਊ ਪ੍ਰਿੰਟ ਦੇ ਦਿਓ ਬਣਾ ਕੇ ਵੀ ਐਂ ਅਸੀਂ ਨੌਕਰੀਆਂ ਦੇਵਾਂਗੇ ਘਰ ਘਰ, ਇੰਨੀਆਂ ਪ੍ਰਾਈਵੇਟ 'ਚ ਦੇਵਾਂਗੇ, ਇੰਨੀਆਂ ਸਰਕਾਰ 'ਚ ਦੇਵਾਂਗੇ, ਇੰਨੀਆਂ ਅਸੀਂ ਰੁਜ਼ਗਾਰ ਹੋਰ ਪੈਦਾ ਕਰਾਂਗੇ ਕਿ ਲੋਕਾਂ ਨੂੰ ਰੁਜ਼ਗਾਰ ਮਿਲ ਜੇ, ਹਰੇਕ ਘਰ ਨੂੰ ਇੱਕ ਰੁਜ਼ਗਾਰ ਮਿਲ ਜੇ। ਤੁਸੀਂ ਦੱਸ ਦਿਓ ਵੀ ਕਿਵੇਂ ਕਰੋਗੇ। ਇਹ ਹੋ ਗਈ ਇੱਕ ਗੱਲ। ਦੂਜੇ ਪਾਸੇ ਅਕਾਲੀਆਂ ਨੇ ਤੇ ਬੀਜੇਪੀ ਨੇ ਕਿਹਾ ਸੀ ਅਸੀਂ 25 ਲੱਖ ਨੌਕਰੀ ਦਿਆਂਗੇ, ਰੁਜ਼ਗਾਰ ਦਿਆਂਗੇ। ਨੌਕਰੀ ਨਹੀਂ ਲਫ਼ਜ਼ ਗਲਤ ਯੂਜ਼ ਕਰਦੇ ਨੇ ਪੋਲੀਟੀਸ਼ੀਅਨ, ਨੌਕਰੀ ਵਰਡ, ਰੁਜ਼ਗਾਰ। ਤੇ 25 ਲੱਖ ਦੇ ਵਿੱਚ ਜਦ ਅਕਾਲੀ ਜਾਂ ਬੀਜੇਪੀ ਕੋ ਹੁਣ ਵੱਖ ਹੋ ਗਏ, ਜਦੋਂ ਆਉਣ ਉਹਨਾਂ ਨੂੰ ਸਵਾਲ ਕਰ ਰਹੇ ਵੀ 25 ਲੱਖ ਦਾ ਬਲਿਊ ਪ੍ਰਿੰਟ ਬਣਾ ਕੇ ਦਿਓ ਪਹਿਲਾਂ ਤਾਂ, ਵੀ ਤੁਸੀਂ ਕਿਵੇਂ ਕਿਵੇਂ ਦਿਓਗੇ, ਕਿੱਥੇ ਕਿੱਥੇ ਕਿੰਨੇ ਕਿੰਨੇ ਰੁਜ਼ਗਾਰ ਦਿਓਗੇ, ਇਹ ਬਣਾਓ। ਫਿਰ ਉਹਦੇ ਵਾਸਤੇ ਪੈਸਾ ਕਿੱਥੋਂ ਆਏਗਾ, ਸਾਰਾ ਕੁਝ ਦੱਸੋ। ਕਿੰਨੀ ਤਨਖਾਹ ਦਿਓਗੇ, ਕੰਮ ਦੀਆਂ ਕੀ ਹਾਲਤਾਂ, ਬਣਾਓ, ਸਾਨੂੰ ਦੱਸੋ ਆ ਕੇ। ਆਪ ਵਾਲਿਆਂ ਨੇ ਕਿਹਾ ਸੀ ਅਸੀਂ 20 ਲੱਖ ਦੇਵਾਂਗੇ, ਉਹਨਾਂ ਨੂੰ ਕਹੋ ਤੁਸੀਂ 20 ਲੱਖ ਦਾ ਦੇ ਦਿਓ। ਇੱਕ ਤਾਂ ਇਹ ਸਵਾਲ। ਦੂਜਾ ਸਵਾਲ ਉਹਨਾਂ ਨੂੰ ਇਹ ਕਰਨ ਵੀ ਇਹ ਤਾਂ ਤੁਸੀਂ ਸਾਨੂੰ ਹੁਣੀ ਬਣਾ ਕੇ ਦਿਓ। ਇੱਕ ਸਾਨੂੰ ਇਹ ਜਵਾਬ ਦਿਓ ਵੀ 10 ਸੈਸ਼ਨ ਹੋ ਚੁੱਕੇ ਅਸੈਂਬਲੀ ਦੇ, 56 ਲੱਖ ਵਾਲਿਆਂ ਨੇ 56 ਲੱਖ ਦਾ ਉੱਥੇ ਕੀ ਬਣਾ ਕੇ ਪੇਸ਼ ਕਰਿਓ, ਇੱਥੇ ਲਿਆਓ ਸਾਡੇ ਸਾਹਮਣੇ ਪ੍ਰੋਸੀਡਿੰਗ ਕਢਾ ਕੇ। ਤੁਹਾਨੂੰ ਤਾਂ ਅਧਿਕਾਰ ਹੈ MLA ਨੂੰ ਤਾਂ ਪ੍ਰੋਸੀਡਿੰਗ ਦੀ ਕਾਪੀ ਲੈਣ ਦਾ, ਜਦ ਤੱਕ ਤੁਹਾਡੇ ਕੋਲ ਆਉਂਦੀ ਹੋਊਗੀ ਤੁਸੀਂ ਉਹ ਲਿਆ ਕੇ ਦਿਖਾਓ ਵੀ ਅਸੀਂ ਆਹ ਕਿਹਾ ਸੀ ਜੀ, ਇਹ ਪਰ ਚੱਲ ਨਹੀਂ ਸਕਿਆ। ਇੱਦਾਂ ਅਕਾਲੀ ਦਲ ਵਾਲੇ ਤੇ BJP ਵਾਲੇ ਦਿਖਾਉਣ ਵੀ ਆਹ ਦੇਖੋ ਅਸੀਂ ਤਾਂ 25 ਲੱਖ ਦਾ ਉਹਨਾਂ ਨੂੰ ਆਖਿਆ ਸੀ ਵੀ ਐਂ ਬਣ ਸਕਦਾ, ਆਹ ਅਸੀਂ ਇੰਨੀ ਚਰਚਾ ਕਰੀ ਸੀ ਇਹਦੇ ਉੱਤੇ ਕਿ ਇਹ ਸਾਡੀ ਚੱਲੀ ਨਹੀਂ, ਪਰ ਇੱਦਾਂ ਹੀ ਆਪ ਵਾਲੇ ਦਿਖਾਉਣ। ਇਹ ਦੂਜਾ ਸਵਾਲ ਕਰਨ ਨੌਕਰੀਆਂ, ਇਹ ਰੁਜ਼ਗਾਰ ਦੇ ਮਾਮਲੇ। ਤੀਜਾ ਸਵਾਲ ਇਹ ਕਰਨ ਉਹ ਕਿ ਵੀ ਤੁਸੀਂ ਅੱਜ ਇਹ ਦੱਸੋ ਕਿ ਅਸੀਂ ਤੁਹਾਨੂੰ ਚੁਣਿਆ ਰੁਜ਼ਗਾਰ ਵਾਸਤੇ, ਤੁਸੀਂ ਕਹਿੰਦੇ ਰੁਜ਼ਗਾਰ ਅਜੇ ਸਾਤੋਂ ਦਿੱਤਾ ਨਹੀਂ ਗਿਆ। ਤੁਸੀਂ ਕਿੱਦਾਂ ਸਾਰਿਆਂ ਨੇ ਸਿਰ ਜੋੜ ਕੇ 117 ਦੇ 17 ਨੂੰ ਅਸੀਂ ਤੁਹਾਨੂੰ ਇਸ ਵਾਸਤੇ ਨਹੀਂ ਚੁਣਿਆ ਸੀ ਵੀ 4-4 6-6 ਪੈਨਸ਼ਨਾਂ ਲਈ ਜਾਓ, ਤੁਸੀਂ ਉੱਥੇ ਇੱਕ ਦੂਜੇ ਦੀ ਤੋਹੀਨ ਕਰੀ ਜਾਓ, ਤੁਸੀਂ ਇੱਕ ਦੂਜੇ ਨਾਲ ਲੜਾਈ ਕਰੀ ਜਾਓ,
ਤੇ ਸੈਸ਼ਨ ਇੱਕ ਦਿਨ ਦਾ ਕਰੋ, ਇਹ ਕਹਿ ਕੇ ਵੀ ਕੰਮ ਹੀ ਕੋਈ ਨਹੀਂ। ਵੀ ਰੁਜ਼ਗਾਰ ਬਾਰੇ ਚਰਚਾ ਕਰਨੀ 5-4 ਦਿਨ ਲਗਾਤਾਰ, ਵੀ ਰੁਜ਼ਗਾਰ ਕਿਵੇਂ ਦਿੱਤਾ ਜਾਵੇ ਪੰਜਾਬ 'ਚ, ਕਿਹੜੇ ਕਿਹੜੇ ਸਰੋਤ ਨੇ ਰੁਜ਼ਗਾਰ ਦੇ, ਕੀ ਕੀ ਦਿੱਕਤਾਂ ਨੇ, ਪੈਸਾ ਕਿੱਥੋਂ ਆਊ, ਤੁਸੀਂ ਦੱਸੋ ਕਿੱਦਾਂ ਚਰਚਾ ਕਰੀਏ। ਹਰੇਕ ਨੂੰ ਪੁੱਛਣ ਵੀ ਲੈ ਦਿਖਾਓ ਚਰਚਾ। ਜਿਹੜਾ ਜੇ ਉਹੀ ਪੁਰਾਣਾ ਐਮਐਲਏ ਉਹਨੂੰ ਕਹੋ ਲਿਆ ਦਿਖਾਓ ਜੀ ਤੁਸੀਂ ਕਿੰਨੇ ਸਵਾਲ ਕਰੇ ਨੇ ਇਸ ਤੇ, ਕਿੰਨੇ ਸਵਾਲ ਕਰੇ ਨੇ, ਕਿੰਨੀ ਤੁਸੀਂ ਚਰਚਾ ਕਰੀ ਹੈ। ਜੇ ਉਹ ਕਹਿੰਦਾ ਜੀ ਮੈਨੂੰ ਤਾਂ ਬੋਲਣਾ ਅਲਾਉਡ ਨਹੀਂ ਸੀ, ਸਵਾਲ ਕਰਨਾ ਤਾਂ ਹਰੇਕ ਨੂੰ ਲੋੜ, ਹਾਲਾਂਕਿ ਉਹ ਕਹਿੰਦਾ ਜੀ ਭਾਈ ਤੁਹਾਡੀ ਪਾਰਟੀ ਬੋਲੀ ਹੋਊਗੀ, ਉਹ ਪਾਰਟੀ ਵਾਲਾ ਕੱਢ ਕੇ ਲਿਆਓ ਵੀ ਤੁਸੀਂ ਕੀ ਬੋਲੋ ਰੁਜ਼ਗਾਰ ਦੇ ਮਾਮਲੇ 'ਤੇ। ਅਸੈਂਬਲੀ 'ਚ ਤੁਸੀਂ ਰੁਜ਼ਗਾਰ ਦੇਵੋ, ਕੀ ਬੋਲੋ, ਤੁਸੀਂ ਵਾਅਦਾ ਕਰਿਆ ਸੀ ਨੌਕਰੀਆਂ ਨਹੀਂ ਦਿੱਤੀਆਂ, ਇਹ ਕੋਈ ਬੋਲਣਾ। ਤੁਸੀਂ ਉੱਥੇ ਇਹ ਦੱਸਣਾ ਵੀ ਐਂ ਰੁਜ਼ਗਾਰ ਦਿੱਤਾ ਜਾ ਸਕਦਾ ਸੀ, ਤੁਸੀਂ ਆਹ ਵਾਅਦਾ ਕਰਿਆ ਸੀ, ਤੁਸੀਂ ਇਹ ਕਰਿਆ ਨਹੀਂ ਪੂਰਾ। ਇੱਕ ਤਾਂ ਦੂਜੀ ਗੱਲ, ਇਸ ਤਰੀਕੇ ਨਾਲ ਦਿੱਤਾ ਜਾ ਸਕਦਾ ਸੀ, ਤੁਸੀਂ ਇੰਨਾ ਵੀ ਨਹੀਂ ਦਿੱਤਾ। ਗੱਲ ਤਾਂ ਇਹ ਦੱਸਣੀ ਹੈ, ਇਹ ਥੋੜਾ ਵੀ ਨੁਕਸ ਕੱਢੀ ਜਾਓ ਇੱਕ ਦੂਜੇ ਨੂੰ, ਤੂੰ ਮਾੜਾ ਤੂੰ ਮਾੜਾ ਤੂੰ ਮਾੜਾ ਤੂੰ ਮਾੜਾ। ਸੋ ਮੇਰੀ ਬੇਨਤੀ ਆ 4 ਗੱਲਾਂ ਦੀ ਹੈ ਕਿ ਤੁਸੀਂ ਰੁਜ਼ਗਾਰ ਦਿਓਗੇ ਕਿਵੇਂ, ਪਹਿਲਾਂ ਕੱਢ ਕੇ ਦਿਖਾਓ ਸਾਰਾ ਕੁਝ, ਸਾਰੀਆਂ ਪਾਰਟੀਆਂ ਨੂੰ ਪੁੱਛੋ। ਦੂਜਾ, ਜਿੰਨੇ ਜਿੰਨੇ ਰੁਜ਼ਗਾਰ ਤੁਸੀਂ ਤੈਅ ਕਰੇ ਸੀ ਉਹਨੇ ਦੱਸੋ ਕਿਵੇਂ ਦਿਓਗੇ। ਤੀਜਾ, ਤੁਸੀਂ ਉਹਨਾਂ ਰੁਜ਼ਗਾਰਾਂ ਵਾਸਤੇ ਅਸੈਂਬਲੀ 'ਚ ਕੀ ਕਰਿਆ, ਵਿਅਕਤੀਗਤ ਤੌਰ ਤੇ ਕੀ ਕਰਿਆ, ਪਾਰਟੀਆਂ ਦੇ ਤੌਰ ਤੇ ਕੀ ਕਰਿਆ। ਚੌਥਾ, ਤੁਸੀਂ ਕਦੇ 117 ਨੇ ਇਕੱਠੇ ਹੋ ਕੇ ਰੁਜ਼ਗਾਰ ਬਾਰੇ 1 ਦਿਨ 2 ਦਿਨ 3 ਦਿਨ ਬਹਿਸ ਕਰੀ ਵੀ ਆਪਾਂ ਰੁਜ਼ਗਾਰ ਯਾਰ ਦਈਏ ਕਿਵੇਂ। ਆਫਟਰ ਤੁਹਾਨੂੰ 117 ਸਿਆਣੇ ਬੰਦਿਆਂ ਨੂੰ ਚੁਣਿਆ ਸੀ, ਤੁਸੀਂ ਸਾਡੇ ਨੁਮਾਇੰਦੇ ਹੋ, ਤੁਸੀਂ ਉਹਨਾਂ ਸਮੱਸਿਆਵਾਂ ਦਾ ਹੱਲ ਲੱਭਣਾ ਹੈ। ਤੁਸੀਂ ਦੱਸੋ ਕਿੱਦੇ ਬੈਠ ਕੇ ਸਿਰ ਜੋੜ ਕੇ ਬੈਠੇ ਹੋ ਕਿ ਯਾਰ ਇਹਨਾਂ ਦਾ ਹੱਲ ਲੱਭੀਏ। ਰੁਜ਼ਗਾਰ ਕਨੀਓ ਪੰਜਾਬ ਬਹੁਤ ਔਖਾ ਹੋ ਰਿਹਾ ਹੈ, ਨੌਜਵਾਨ ਬਾਹਰ ਵੀ ਜਾ ਰਿਹਾ ਹੈ, ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਦੁਕਾਨਦਾਰ ਦਾ ਵੀ ਮਾੜਾ ਹਾਲ ਹੈ, ਰੇਹੜੀ ਰਿਕਸ਼ੇ ਵਾਲੇ ਦਾ ਵੀ ਮਾੜਾ ਹਾਲ ਹੈ, ਜਿਹਦੇ ਕੋਲ ਹੈਗਾ ਉਹਦੇ ਕੋਲ ਅੰਤਾਂ ਦਾ ਹੀ ਹੈ। ਵੀ ਇਹ ਜਿਹੜੀ ਕਹਾਣੀ ਬਣਦਾ, ਇਹਨੂੰ ਅੰਨਾ ਵੰਡੇ ਸੀਰਨੀ ਮਿਲਕਰ ਆਪਣਿਆਂ ਨੂੰ ਦੇ, ਇਹਦਾ ਕੀ ਹੱਲ ਹੈ। ਕਿ ਜਿਹੜੇ ਤੁਸੀਂ ਇਹਦੇ ਵਿੱਚ ਭੱਤੇ ਲਏ, ਤਨਖਾਹਾਂ ਲਈਆਂ, ਪੈਨਸ਼ਨ ਵਾਲੀਆਂ, ਇਹ ਫਿਰ ਤੁਸੀਂ ਕੰਮ ਨਹੀਂ ਕਰਿਆ। ਜੇ ਕੋਈ ਮੁਲਾਜ਼ਮ ਕੰਮ ਨਹੀਂ ਕਰਦਾ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਤੁਸੀਂ ਆਪੇ ਹੀ ਸਾਨੂੰ ਦੱਸੋ ਕਿ ਤੁਹਾਨੂੰ ਸਜ਼ਾ ਕੀ ਦਿੱਤੀ ਜਾਵੇ। ਬਿਲਕੁਲ ਜੀ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ। ਮੇਰੇ ਨਾਲ ਮੌਜੂਦ ਸਨ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ। ਚਰਚਾ ਇਸ ਕਰਕੇ ਸਮਾਂ ਲੰਬਾ ਹੋ ਜਾਂਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਉਹਦੇ ਹੱਲ ਤੱਕ ਜਾਇਆ ਜਾਵੇ। ਤੁਸੀਂ ਆਪਣੇ ਵਿਚਾਰ ਵੀ ਕਮੈਂਟ ਕਰਿਆ ਕਰੋ ਤੇ ਇਸ ਚਰਚਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਲੋਕ ਜਾਗਰੂਕ ਹੋਣ, ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ, ਉਹਨਾਂ ਦੇ ਹੱਕ ਕੀ ਨੇ, ਅਧਿਕਾਰ ਕੀ ਨੇ, ਕਿੱਥੇ ਉਹਨਾਂ ਨੂੰ ਬੇਰੁਜ਼ਗਾਰੀ ਦੇ ਲਈ, ਹੋਰ ਉਹਨਾਂ ਦੇ ਮਸਲਿਆਂ ਦੇ ਲਈ ਉਲਝਾਇਆ ਜਾਂਦਾ ਹੈ। ਆਪਣੇ ਲੀਡਰਾਂ ਨੂੰ ਵੀ ਸਵਾਲ ਪੁੱਛਿਆ ਕਰੋ। ਧੰਨਵਾਦ।